ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਭਗਵੰਤ ਮਾਨ, ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਯੂਨਿਟ, ਤੇ ਤੁਸੀਂ ਜਾਣਦੇ ਹੋ ਸਾਰੇ ਮੈਂਬਰ ਪਾਰਲੀਮੈਂਟ ਸੰਗਰੂਰ। ਤੇ ਸਭ ਤੋਂ ਪਹਿਲਾਂ ਇਸ ਨਵੇਂ ਪ੍ਰੋਸੈਸ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵਕਤ ਮੇਰੇ ਕੋਲ ਯਾਦਵਿੰਦਰ ਜੀ ਨੇ, ਸੁਰਖਾਬ ਜੀ ਨੇ, ਰਮਨ ਸੋਢੀ ਜੀ ਨੇ, ਨਵਨੀਤ ਵਧਵਾ ਲਿਵਿੰਗ ਇੰਡੀਆ ਤੋਂ ਨੇ, ਤੇ ਬਲਤੇਜ ਪੰਨੂ ਜੀ। ਤੇ मेरी आवाज आ रही है प्रॉपर सारे? हाँ जी, आ रही है जी, आ रही है। ओके, आ रही है मान साहब, आ रही है। तो भी मैं किसी ने कोई सवाल करना होया ਤਾਂ ਤੁਸੀਂ ਹੱਥ ਖੜਾ ਕਰ ਦਿਓ, ਫਿਰ ਉਦੋਂ ਤੁਸੀਂ ਆਪਣਾ ਫੋਨ ਜਿਹੜਾ ਮਾਈਕ੍ਰੋਫੋਨ ਉਹਨੂੰ ਅਨਮਿਊਟ ਕਰ ਲਿਓ ਤਾਂ ਤੁਹਾਡੀ ਕੱਲਿਆਂ ਦੀ ਆਵਾਜ਼ ਆਊਗੀ, ਬਾਕੀਆਂ ਦੇ ਮਿਊਟ ਰਹਿਣਗੇ, ਫਿਰ ਉਹ ਇਕੋ ਨਹੀਂ ਆਉਣਗਾ। ਸੋ ਅੱਜ ਦਾ ਜਿਹੜਾ ਆਪਣਾ ਜਿਹੜਾ ਇਸ ਵੈਬ ਕਾਨਫਰੰਸ ਦਾ ਮਕਸਦ ਹੈ, ਉਹਦੇ ਵਿੱਚ ਇਹ ਹੈ ਕਿ ਮੈਂ ਪਿਛਲੇ 3-4 ਦਿਨ ਤੋਂ ਬਹੁਤ ਮਾਈਕਰੋ ਲੈਵਲ ਤੇ ਮੰਡੀਆਂ ਦੇ ਵਿੱਚ ਜਾ ਕੇ ਆਇਆ, ਪਿੰਡਾਂ ਦੇ ਵਿੱਚ ਆਪ ਖੁਦ ਗੱਡੀ ਚਲਾ ਕੇ, ਸੋਸ਼ਲ ਡਿਸਟੈਂਸ ਨੂੰ ਵੀ ਮੇਨਟੇਨ ਰੱਖ ਕੇ, ਤੇ ਮੇਰੀ ਆੜਤੀਆਂ ਨਾਲ, ਮੇਰੀ ਕਿਸਾਨਾਂ ਨਾਲ, ਮੇਰੀ ਖੇਤ ਜਿਹੜੇ ਮੰਡੀ ਦੇ ਮਜ਼ਦੂਰ ਨੇ ਉਹਨਾਂ ਨਾਲ, ਤੇ ਬਾਕੀ ਡਿਫਰੈਂਟ ਜਿਹੜੀਆਂ ਕੰਪਨੀਆਂ ਜਿਵੇਂ ਪਨਸਪ ਹੈ ਜਾਂ ਪਨਗ੍ਰੇਨ ਹੈ ਜਾਂ ਮਾਰਕਫੈਡ ਹੈ ਜਾਂ ਬੇਅਰ ਹਾਊਸ ਹੈ ਜਾਂ FCI ਹੈ, ਉਹਦੇ ਅਫਸਰ ਮੰਡੀ ਇੰਚਾਰਜਾਂ ਨਾਲ ਗੱਲ ਹੋਈ ਹੈ। ਤੇ ਉਹਦੇ ਚੋਂ ਦੇਖੋ ਹਜੇ ਸਿਰਫ 3-4 ਦਿਨ ਹੀ ਹੋਏ ਨੇ, 15 ਤਰੀਕ ਨੂੰ ਸ਼ੁਰੂ ਕੀਤਾ ਇਹਨਾਂ ਨੇ ਜਿਹੜੀ ਖਰੀਦ ਹੈ। 3-4 ਦਿਨਾਂ ਦੇ ਵਿੱਚ ਹੀ ਜਿਹੜਾ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ, ਜਦ ਕਿ ਜਿੰਨੀ ਜ਼ਿਆਦਾ ਮਾਤਰਾ 'ਚ ਹੁਣ ਕਣਕ ਆਊਗੀ ਇਸ ਹਫ਼ਤੇ 'ਚ, ਪੀਕ ਦਾ ਹਫ਼ਤਾ ਹੋਊਗਾ, ਜਿੰਨੀ ਜ਼ਿਆਦਾ ਮਾਤਰਾ 'ਚ ਕਣਕ ਆਊਗੀ ਉਨੀ ਜ਼ਿਆਦਾ ਮਾਤਰਾ 'ਚ ਹੁਣ ਸਮੱਸਿਆਵਾਂ ਆਉਣਗੀਆਂ, ਕਿਉਂਕਿ ਇਹਨਾਂ ਤੋਂ ਜਿਹੜਾ ਉਹ ਕੂਪਨ ਸਿਸਟਮ ਹੈ ਉਹ ਪ੍ਰੋਪਰ ਲਾਗੂ ਨਹੀਂ ਹੋਇਆ ਅਜੇ ਤੱਕ। ਹਜੇ ਵੀ 3 ਦਿਨ ਪਹਿਲਾਂ ਦੀਆਂ ਜਿਹੜੀਆਂ ਢੇਰੀਆਂ ਕਣਕ ਦੀਆਂ ਉਹ ਪਈਆਂ ਨੇ ਉੱਥੇ, ਤਾਂ ਅਗਲੇ ਕੂਪਨ ਜਾਰੀ ਹੋ ਚੁੱਕੇ ਨੇ, ਤਾਂ ਹੁਣ ਮੰਡੀਆਂ ਦਾ ਓਵਰਫਲੋ ਹੋਣਾ ਸ਼ੁਰੂ ਹੋਊਗਾ। ਜਿਵੇਂ ਕੱਲ ਮੈਂ ਲੌਂਗੋਵਾਲ, ਸੁਨਾਮ, ਧਨੌਲਾ, ਬਡਵਰ, ਬਰਨਾਲਾ ਗਿਆ ਸੀਗਾ, ਤੇ ਉੱਥੇ ਇਹ ਸਮੱਸਿਆ ਜਿਹੜੀ ਲੋਕਾਂ ਦੀ ਆਉਣ ਲੱਗ ਗਈ ਕਿ ਦੇਖੋ ਜੀ 3 ਦਿਨ ਹੋ ਗਏ ਚੱਕੀ ਨਹੀਂ ਗਈ ਜੀ ਕਣਕ। ਮੇਨ ਪ੍ਰੋਬਲਮ ਹੈਗੀ ਹੈ ਜੀ FCI ਦੀ। FCI ਜਿਹੜੀ ਹੈ ਉਹਨਾਂ ਦਾ ਟਰੱਕਾਂ ਵਾਲਿਆਂ ਨਾਲ ਝਗੜਾ ਸੀ, ਉਹਨਾਂ ਦਾ ਹਜੇ ਕੱਲ ਨਿਬੜਿਆ। ਸੋ FCI ਨੇ ਅੱਜ ਜਿਹੜੀ ਖਰੀਦ ਸ਼ੁਰੂ ਕੀਤੀ ਹੈ, ਕਦੋਂ ਉਹਨਾਂ ਦਾ ਬਾਰਦਾਨਾ ਆਡੀਓ ਨਹੀਂ ਆ ਰਹੀ। ਸੋ ਇਸ ਕਰਕੇ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ। ਜਿਆਦਾ ਨੈਟਵਰਕ ਦਾ ਹੋ। ਆਵਾਜ਼ ਆ ਰਹੀ ਹੈ ਜੀ? ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ, ਜਿਹਦੇ ਵਿੱਚ 3-4 ਮੈਂ ਸੁਝਾਅ ਦਿੱਤੇ ਨੇ। ਇੱਕ ਤਾਂ ਇਹ ਹੈ ਕਿ ਜੇ ਤੁਸੀਂ ਕੂਪਨ ਸਿਸਟਮ ਫੇਲ ਹੁੰਦਾ ਹੈ, ਜਿਹੜਾ ਕਿ ਆਲਰੇਡੀ ਫੇਲ ਹੋ ਚੁੱਕਿਆ ਹੈ, ਤਾਂ ਇਹਨੂੰ ਕੱਟ ਦੇਣਾ। ਜੇ ਕੂਪਨ ਸਿਸਟਮ ਫੇਲ ਹੁੰਦਾ ਹੈ, ਫੇਲ ਹੀ ਹੋ ਗਿਆ, ਕਿਉਂਕਿ ਹੁਣ ਕੂਪਨ ਵਾਲਾ ਰੌਲਾ ਆੜਤੀਆਂ ਦਾ ਵੀ ਆਪਸ ਚ ਪੈਣ ਲੱਗ ਗਿਆ। ਕਿਸੇ ਆੜਤੀ ਨੂੰ ਤਾਂ 2-3 ਵਾਰੀ ਕੂਪਨ ਮਿਲ ਗਏ, ਕਿਸੇ ਨੂੰ ਇੱਕ ਵੀ ਨਹੀਂ ਮਿਲਿਆ ਹਜੇ ਤੱਕ। ਤੇ ਇਸ ਤਰ੍ਹਾਂ ਜਿਹੜੀ ਹੁਣ ਇੱਕ ਮੌਸਮ ਖਰਾਬ ਕਰਕੇ ਥੋੜਾ ਜਿਹਾ ਕਿਸਾਨ ਵੀ ਕਣਕ ਨੂੰ ਵੱਢ ਕੇ ਜਲਦੀ ਮੰਡੀ ਚ ਲਿਆਉਣ ਦੇ ਜਿਹੜੇ ਕਾਲੇ ਹੋਏ ਨੇ। ਤੇ ਮੈਂ ਇੱਕ ਸੁਝਾਅ ਦਿੱਤਾ ਕਿ ਜੇ ਤੁਸੀਂ ਸੋਸ਼ਲ ਡਿਸਟੈਂਸਿੰਗ ਰੋਕਣੀ ਹੈ, ਓਵਰਫਲੋ ਮੰਡੀਆਂ ਦਾ ਰੋਕਣਾ ਹੈ, ਤਾਂ ਇਸ ਤਰ੍ਹਾਂ ਦਾ ਲਾਗੂ ਕੀਤਾ ਜਾਵੇ। ਇੱਕ ਸਮਾਧਾਨ ਹੈਗਾ, ਉਹਦਾ ਇੱਕ ਹੱਲ ਹੈ ਉਹਦਾ। ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਿਆ, ਇਹਦੀ ਕਾਪੀ ਜਿਹੜੀ ਹੈ ਮੈਂ ਰਾਮ ਵਿਲਾਸ ਪਾਸਵਾਨ ਜੀ ਨੂੰ ਵੀ, ਤੇ ਨਾਲ ਚੀਫ ਮਿਨਿਸਟਰ ਪੰਜਾਬ, ਨਾਲ ਵਿਸ਼ਵਜੀਤ ਖੰਨਾ ਜਿਹੜੇ ਸੈਕਟਰੀ ਐਗਰੀਕਲਚਰ ਨੇ, ਤੇ ਨਾਲ ਚੀਫ ਸੈਕਟਰੀ ਪੰਜਾਬ ਨੂੰ ਵੀ ਇਹ ਨਾਲ ਮੈਂ ਅਟੈਚ ਕੀਤੇ ਸੀ ਕਿ ਜਿਹੜੇ ਕਿਸਾਨ 1 ਮਈ ਤੋਂ 3 ਹਫ਼ਤੇ ਯਾਨੀ ਕਿ 21 ਮਈ ਤੱਕ ਆਪਣੀ ਫਸਲ ਲੈ ਕੇ ਆਉਣਗੇ, ਉਹਨਾਂ ਕੋਲੇ ਜੇ ਕੋਈ ਕੈਪੈਸਿਟੀ ਹੈਗੀ ਹੈ ਰੋਕਣ ਦੀ, ਤਾਂ ਉਹਨਾਂ ਨੂੰ 100 ਰੁਪਇਆ ਪਰ ਕੁਇੰਟਲ ਉਹਨੂੰ ਬੋਨਸ ਦਿੱਤਾ ਜਾਵੇ। ਇਹ ਇਸ ਤਰ੍ਹਾਂ ਦਾ ਅਨਾਉਂਸ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲੇ। ਤੇ ਜਿਹੜੇ ਅਗਲੇ 3 ਹਫ਼ਤੇ ਰੋਕਣਗੇ, ਜੂਨ ਤੱਕ ਲੈ ਕੇ ਆਉਣਗੇ, ਉਹਨਾਂ ਨੂੰ 200 ਰੁਪਇਆ ਕੁਇੰਟਲ ਦਾ ਕੰਪਨਸੇਸ਼ਨ ਦਾ ਜਿਹੜਾ ਐਲਾਨ ਕੀਤਾ ਜਾਵੇ, ਤਾਂ ਕਿ ਉਹਨਾਂ ਨੂੰ ਵੀ ਕੋਈ ਆਰਥਿਕ ਲਾਭ ਮਿਲੇ। ਤੇ ਮੰਡੀਆਂ ਦੇ ਵਿੱਚ ਲਗਭਗ 40 ਤੋਂ 50% ਜਿਹੜਾ ਉਹਦੀ ਜਿਹੜੀ ਕਣਕ ਦੀ ਆਮਦ ਹੈ ਉਹ ਘਟ ਜੂਗੀ। ਦੂਜਾ ਸੁਝਾਅ ਮੇਰਾ ਹੈਗਾ ਇਹ ਕਿ ਜਿਹੜਾ ਇੱਕ ਬਹੁਤ ਜ਼ਿਆਦਾ ਜਿਹੜੀਆਂ ਸ਼ਰਤਾਂ ਸਖਤ ਨੇ, ਖਾਸ ਤੌਰ ਤੇ ਮੋਇਸਚਰ ਨੂੰ ਲੈ ਕੇ, ਜਿਹੜੀ ਨਮੀ ਹੈ ਉਹਦੇ ਚ 12% ਤੇ ਹੁਣ ਖਰੀਦ ਰਹੇ ਨੇ, 12.5 ਵੀ ਹੋਵੇ
ਤਾਂ ਉਹ ਜਿਹੜੀ ਢੇਰੀ ਹੈ ਉੱਥੇ ਹੀ ਪਈ ਰਹਿੰਦੀ ਹੈ। ਤਾਂ ਫਿਰ ਉਹਨੂੰ ਵਾਪਸ ਕਰ ਦਿੰਦੇ ਨੇ ਕਿਸਾਨ ਨੂੰ, ਫਿਰ 1 ਦਿਨ ਵਾਸਤੇ ਜਾਂ 2 ਦਿਨ ਵਾਸਤੇ ਘਰੇ ਲਾਉਣੀ ਪੈਂਦੀ ਹੈ, ਫਿਰ ਘਰੋਂ ਭਰ ਕੇ ਲੈ ਕੇ ਆਉਂਦੇ ਆ। ਸੋ ਇਸ ਕਰਕੇ ਉਹ ਸ਼ਰਤਾਂ ਨੂੰ ਨਰਮ ਕਰਕੇ 12 ਤੋਂ 14% ਕਰ ਦਿੱਤਾ ਜਾਵੇ, ਤਾਂ ਇੱਕ ਵੀ ਜਿਹੜੀ ਢੇਰੀ ਹੈ ਉਹ ਮੋਇਸਚਰ ਕਰਕੇ ਮੰਡੀ ਦੇ ਵਿੱਚ ਸਟਕ ਨਹੀਂ ਹੋਊਗੀ। ਕਿਉਂਕਿ ਇਹ ਟਾਈਮ ਹੁਣ ਮੋਇਸਚਰ ਚੈੱਕ ਕਰਨ ਦਾ ਨਹੀਂ, ਕਿਉਂਕਿ ਪਤਾ ਨਹੀਂ ਕਿੰਨਾ ਚਿਰ ਲੋਕਡਾਊਨ ਜਿਹੜਾ ਚੱਲੂਗਾ ਇਹ ਲੰਬਾ, ਤਾਂ ਹਰੇ ਦਾਣੇ ਨੂੰ ਵੀ ਤਰਸਾਂਗੇ ਫਿਰ ਤਾਂ ਜੇ ਲੰਬਾ ਚੱਲ ਗਿਆ ਤਾਂ। ਇਸ ਕਰਕੇ ਇਹਨੂੰ ਸੰਭਾਲ ਇਹਦੀ ਇਸ ਵਕਤ ਜ਼ਰੂਰੀ ਹੈ। ਉੱਤੋਂ ਮੌਸਮ ਜਿਹੜਾ ਉਹ ਬਹੁਤ ਕਰਵਟਾਂ ਬਦਲ ਰਿਹਾ। ਤੇ ਨੰਬਰ 3 ਤੇ ਆਖਰੀ ਸਵਾਲ ਮੇਰਾ ਸੁਝਾਅ ਹੈਗਾ ਪ੍ਰਧਾਨ ਮੰਤਰੀ ਜੀ ਨੂੰ ਕਿ ਜਿਹੜੀ ਲੇਬਰ ਹੈ ਮੰਡੀਆਂ 'ਚ ਕੰਮ ਕਰਦੀ ਹੈ, ਆਮ ਤੌਰ ਤੇ ਇੱਕ ਲੇਬਰ ਵਾਲਾ ਜਿਹੜਾ ਹੈ ਉਹਨਾਂ ਨੂੰ ਬੋਰੀਆਂ ਭਰਨ ਮੁਤਾਬਕ ਪੈਸੇ ਮਿਲਦੇ ਆ। ਆਮ ਤੌਰ ਤੇ ਇੱਕ ਲੇਬਰ ਵਾਲਾ ਐਵਰੇਜ ਜੇ ਆਪਾਂ ਪਿਛਲੇ ਸਾਲ ਦਾ ਸੀਜ਼ਨ ਲਾ ਲਈਏ ਕਣਕ ਦਾ ਤਾਂ 8000 ਰੁਪਇਆ ਲਗਭਗ ਕਮਾਉਂਦਾ ਹੈ, ਪਰ ਸੀਜ਼ਨ 15 ਦਿਨ ਦਾ ਹੁੰਦਾ, 14-15 ਦਿਨ। ਪਰ ਹੁਣ ਸੀਜ਼ਨ ਕਰਤਾ 45 ਦਿਨ ਦਾ ਤੇ ਬੋਰੀਆਂ ਲਗਭਗ ਉਨੀ ਆਉਣਗੀਆਂ। ਇਸ ਕਰਕੇ ਉਹਨਾਂ ਦਾ 45 ਦਿਨ 'ਚ ਵੀ ਉਹਨਾਂ ਨੂੰ 8000 ਰੁਪਏ ਮਿਲੂਗਾ। ਇਸ ਕਰਕੇ ਉਸ ਗਰੀਬ ਜਿਹੜੇ ਕਿ ਸਿਰਫ ਤੇ ਸਿਰਫ ਆਪਣੀ ਰੋਜ਼ ਦੀ ਦਿਹਾੜੀ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ, ਉਹਨਾਂ ਨੂੰ ਵੀ ਕੰਪਨਸੇਸ਼ਨ ਜੇ ਜ਼ਿਆਦਾ ਨਹੀਂ ਤਾਂ 20-21 ਹਜ਼ਾਰ ਰੁਪਏ ਤਾਂ ਉਹਨਾਂ ਦਾ ਸੀਜ਼ਨ ਦਾ ਮਿਨੀਮਮ ਕੀਤਾ ਜਾਵੇ। ਇਹ 3 ਮੇਰੇ ਸੁਝਾਅ ਜਿਹੜੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਦਿੱਤੇ ਨੇ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਤੇ ਗੌਰ ਕੀਤਾ ਜਾਊਗਾ। ਹੁਣ ਮੈਂ ਚਾਹੂੰਗਾ ਵਾਰੀ-ਵਾਰੀ ਕਿ ਤੁਸੀਂ ਇਹ ਸਵਾਲ ਮੈਂ ਕਰੋਗੇ ਤਾਂ। ਹਾਂਜੀ, ਸੁਰਖਾਬ ਦਾ ਮੋੜ ਸੁਰਖਾਬ ਜੀ ਬੋਲੋ ਜੀ। ਰੋਜ਼ਾਨਾ ਸਪੋਕਸਮੈਨ ਤੋਂ ਆ, ਜੋ ਤੁਸੀਂ ਬੋਨਸ ਦੀ ਗੱਲ ਕਰਦੇ ਹੋ, ਜੇ ਬੋਨਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਪਹਿਲਾਂ ਵੀ ਕੈਪਟਨ ਅਮਰਿੰਦਰ ਵੱਲੋਂ। ਨਹੀਂ, ਕੈਪਟਨ ਸਾਹਿਬ ਵੱਲੋਂ ਨਹੀਂ ਲਿਖੀ ਗਈ, ਉਹ ਪ੍ਰਿੰਸੀਪਲ ਸੈਕਟਰੀ ਵੱਲੋਂ ਲਿਖਾਈ ਗਈ ਹੈ ਉਹਨਾਂ ਨੂੰ। ਚਲੋ, ਪੰਜਾਬ ਸਰਕਾਰ ਮੇਰਾ ਇੱਕ ਸਵਾਲ ਇਹ ਹੈ ਵੀ ਮੇਰੀ ਨਾ ਬੀਤੇ ਦਿਨੀ ਬਲਵੀਰ ਸਿੰਘ ਰਾਜੇਵਾਲ ਨਾਲ ਗੱਲ ਹੋਈ ਸੀ, ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਭਾਰਤੀ। ਉਹਨਾਂ ਦਾ ਕਹਿਣਾ ਹੈ ਵੀ 2-3 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਇੱਕ ਸਟੈਂਡਿੰਗ ਆਰਡਰ ਜਾਰੀ ਕੀਤਾ ਸੀ ਕਿ ਜੇਕਰ ਕੋਈ ਸੂਬਾ ਸਰਕਾਰ ਬੋਨਸ ਦਿੰਦੀ ਹੈ, ਫਸਲ ਦੀ ਖਰੀਦ ਤੇ ਬੋਨਸ ਦਿੰਦੀ ਹੈ, ਤਾਂ ਉੱਥੇ ਫਸਲ ਦੀ ਖਰੀਦ ਬੰਦ ਹੋਊ। ਜੇਕਰ ਸੂਬਾ ਸਰਕਾਰ ਪਹਿਲਾਂ ਇਹੋ ਜਿਹੇ ਹਦਾਇਤਾਂ ਹੁੰਦੀਆਂ ਨੇ, ਨੋਟਿਸ ਜਾਰੀ ਹੁੰਦੇ ਨੇ, ਫਿਰ ਕਿਸਾਨਾਂ ਨੂੰ ਬੋਨਸ ਦੀ ਉਮੀਦ ਰੱਖਣੀ ਨਹੀਂ ਚਾਹੀਦੀ। ਨਹੀਂ, ਫਿਰ ਜੇ ਕਿਉਂਕਿ ਇਹ ਤਾਂ ਇੱਕ ਆਫਤਾ ਦਾ ਮੌਕਾ ਹੈ, ਆਫਤਾ ਦੇ ਮੌਕੇ ਤਾਂ ਕਾਨੂੰਨ ਬਦਲ ਸਕਦੇ ਨੇ ਨਾ। ਉਹਨਾਂ ਸ਼ਰਤਾਂ ਦੇ ਵਿੱਚ ਢਿੱਲ ਦੇ ਦੋ ਕਿ ਜੇ ਸੂਬਾ ਸਰਕਾਰ ਨੂੰ ਅਲਾਉ ਕਰਦੇ ਨੇ, ਪਰ ਸੂਬਾ ਸਰਕਾਰ ਕੋਲ ਤਾਂ ਪਹਿਲੀ ਪੈਸੇ ਹੈ ਨਹੀਂ, ਕਿਉਂ ਨਹੀਂ ਫਿਰ ਜਿਹੜਾ ਸੈਂਟਰ ਸਰਕਾਰ ਹੈ ਉਹ ਬੋਨਸ ਦੇ ਰੂਪ ਦੇ ਵਿੱਚ ਸੂਬਾ ਸਰਕਾਰ ਨੂੰ ਪੈਸੇ ਦੇ ਦੇ ਕਿ ਹਾਂਜੀ ਇੰਨੇ ਆਹ ਬੋਨਸ ਤੁਸੀਂ ਅਨਾਉਂਸ ਕਰ ਦਿਓ ਤਾਂ ਕਿ ਸੋਸ਼ਲ ਡਿਸਟੈਂਸ ਵੀ ਬਣਿਆ ਰਹੇ ਤੇ ਜਿਹੜਾ ਕਣਕ ਵੀ ਨਾ ਰੋਲੇ। ਸੋ ਇਹ ਕਿਉਂਕਿ ਸੁਰਖਾਬ ਇਹ ਮੌਕਾ ਐਮਰਜੈਂਸੀ ਦਾ ਨਾ। ਪਹਿਲਾਂ ਵਾਲੇ ਰੂਲ ਤਾਂ ਬਹੁਤ ਸਾਰੇ ਰੂਲ ਪਹਿਲਾਂ ਵਾਲੇ ਬਦਲੇ ਗਏ ਨੇ, ਠੀਕ ਹੈ। ਜਿਹੜਾ ਕੀ ਉਹਦਾ ਨਾਮ ਐਗਰੀਮੈਂਟ ਤਾਂ ਇਹਨਾਂ ਨਾਲ ਹੋਏ ਸੀਗੇ 21 ਸਾਲ ਦੇ ਜਿਹੜੇ ਟੋਲ ਪਲਾਜ਼ਾ ਵਾਲੇ ਨਾਲ, ਹੁਣ ਟੋਲ ਪਲਾਜ਼ਾ ਨਾਲ ਵੀ ਰਿਵਾਈਜ਼ ਕਰਨਗੇ, ਉਹ ਵੀ ਬੰਦ ਕਰਤੇ ਟੋਲ ਪਲਾਜ਼ੇ ਵੀ ਸਾਰੇ। ਸੋ ਬਹੁਤ ਕੁਝ ਚੇਂਜ ਹੋ ਗਿਆ ਇਕਨੋਮਿਕਲੀ, ਤੇ ਇਸ ਕਰਕੇ ਕੰਪਨਸੇਸ਼ਨ ਇਹ ਦਿੱਤਾ ਜਾ ਸਕਦਾ ਜੇ ਸੈਂਟਰ ਸਰਕਾਰ ਸੂਬਾ ਸਰਕਾਰ ਨੂੰ ਕਹਿ ਦੇ ਕਿ ਫਲਾਨਾ ਜਿਹੜਾ ਫੰਡ ਪਿਆ ਤੁਹਾਡੇ ਕੋਲੇ ਉਹਨੂੰ ਤੁਸੀਂ ਬੋਨਸ ਦੇ ਰੂਪ 'ਚ ਯੂਜ਼ ਕਰ ਲਓ ਤਾਂ ਵਰਤੇ ਜਾ ਸਕਦਾ। ਭਗਵਾਨ ਜੀ, ਤੁਸੀਂ 2 ਮਸਲੇ ਜਿਹੜੇ ਨੇਗੇ ਇੰਪੋਰਟੈਂਟ ਦੋਨੇ ਮਸਲੇ ਉਠਾਏ ਨੇ। ਇੱਕ ਤਾਂ ਇਹ ਕਿ 100 ਤੇ 200 ਬੋਨਸ ਵਾਲਾ, ਦੂਸਰਾ ਤੁਸੀਂ ਮੋਇਸਚਰਾਈਜ਼ਰ ਦਾ ਕਿਹਾ 12 ਤੋਂ 14% ਨੂੰ ਕਰ ਦਿੱਤਾ ਜਾਵੇ। ਭਾਰਤ ਭੂਸ਼ਣ ਆਸ਼ੂ ਨਾਲ ਵੀ ਗੱਲ ਹੋਈ ਸੀ ਕੱਲ ਸਾਡੀ, ਜਿਹੜੇ ਮੰਤਰੀ ਨੇ, ਕਿਉਂਕਿ ਕੇਂਦਰ ਸਰਕਾਰ ਦੀ ਇੰਟਰਵੈਂਸ਼ਨ ਤੋਂ ਬਿਨਾਂ ਇਹ ਠੀਕ ਨਹੀਂ ਹੋ ਸਕਦਾ। ਪਰ ਤੁਹਾਡੇ ਕੋਲ ਇੱਕ ਬੜਾ ਵਧੀਆ ਮੌਕਾ, ਜੇ ਤੁਸੀਂ ਇਹ ਕਰਵਾ ਦੋ, ਇੱਕ ਸਟੈਂਡਰਡ ਹੁੰਦਾ, ਇੱਕ ਸਟੈਂਡਰਡ ਕਿਸੇ ਸੂਬੇ 'ਚ ਬਣ ਜੇ ਜਾਂ ਕਿਸੇ ਸਟੇਟ 'ਚ ਬਣ ਜੇ ਜਾਂ ਕਿਸੇ ਯੂਟੀ 'ਚ ਵੀ ਬਣ ਜੇ, ਹੁਣ ਕਿਸੇ ਹੋਰ ਥਾਂ ਤੇ ਲਾਗੂ ਕਰਵਾਇਆ ਜਾ ਸਕਦਾ। ਤੁਸੀਂ ਇਹ ਦੋਵੇਂ ਗੱਲਾਂ ਅਰਵਿੰਦ ਕੇਜਰੀਵਾਲ ਨੂੰ, ਜੇ ਕਿਉਂਕਿ ਆਲੇ ਦੁਆਲੇ ਦਿੱਲੀ ਦੇ ਆਲੇ ਦੁਆਲੇ ਵੀ ਕਿਸਾਨੀ ਹੈ, ਦਿੱਲੀ ਦੇ ਆਲੇ ਦੁਆਲੇ ਵੀ ਮੰਡੀਆਂ ਨੇ, ਦਿੱਲੀ 'ਚ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ, ਜੇ ਤੁਸੀਂ ਇੱਕ ਸਟੈਂਡਰਡ ਸੈੱਟ ਕਰਵਾ ਦੋ, ਇਸ ਦੇਸ਼ ਦੇ ਅੰਦਰ ਅਜੇ ਤੱਕ ਇਹ ਹੋਇਆ ਨਹੀਂ, ਇਹ ਬਹੁਤ ਜ਼ੋਰ ਲਾਇਆ ਜਾ ਰਿਹਾ। ਕੱਲ ਸਾਡੀ ਗੱਲ ਹੋ ਰਹੀ ਸੀ ਕਿ ਜਿਹੜੇ ਸੂਬਿਆਂ ਦੇ ਅੰਦਰ ਜਿਹੜੇ ਇਸ ਤਰ੍ਹਾਂ ਦੇ ਸੂਬੇ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਨੇ, ਉੱਥੇ ਮੋਇਸਚਰਾਈਜ਼ਰ ਜ਼ਿਆਦਾ ਲੈਂਦੇ ਨੇ। ਜਿਵੇਂ ਤੁਸੀਂ 14% ਕਹਿ ਰਹੇ ਹੋ, ਉੱਥੇ ਉਹ ਕਰ ਲੈਂਦੇ ਨੇ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਸੂਬੇ ਨੇ। ਤਾਂ ਜੇ ਤੁਸੀਂ ਦਿੱਲੀ ਦੇ ਅੰਦਰ ਅਰਵਿੰਦ ਕੇਜਰੀਵਾਲ, ਕਿਉਂਕਿ ਮੁੱਖ ਮੰਤਰੀ ਨੂੰ ਕਰਨ 'ਚ ਕੋਈ ਸਮੱਸਿਆ ਨਹੀਂ ਆਉਣੀ, ਅਗਰ ਮੁੱਖ ਮੰਤਰੀ ਇਹ ਕਰ ਦੇਣ ਤੇ ਪੰਜਾਬ 'ਚ ਕਰਾਉਣਾ ਸੌਖਾ ਹੋ ਜੂ, ਤਾਂ ਕਿ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੋ ਕਿ ਦੇਖੋ ਜੀ ਅਸੀਂ ਦਿੱਲੀ 'ਚ ਕਰਵਾਇਆ, ਪੰਜਾਬ 'ਚ ਵੀ ਹੋ ਸਕਦਾ। ਬੋਨਸ ਵਾਲੀ ਗੱਲ ਵੀ ਤੇ ਮੋਇਸਚਰਾਈਜ਼ ਵਾਲੀ। ਦੇਖੋ ਬਿਲਕੁਲ ਤੁਹਾਡਾ ਬਹੁਤ ਵਧੀਆ ਸੁਝਾਅ ਹੈ, ਪਰ ਜੇ ਦਿੱਲੀ ਦੇ ਵਿੱਚ ਵੀ ਕਰਨਗੇ ਕੇਜਰੀਵਾਲ ਸਾਹਿਬ, ਤਾਂ ਜਿਹੜੀ ਦਿੱਲੀ ਸਰਕਾਰ ਦੇ ਅੰਡਰ ਵਾਲੀ ਖਰੀਦ ਏਜੰਸੀ ਹੈ ਸਿਰਫ ਉਸੇ ਦੀ ਕਰ ਸਕਦੇ ਨੇ। ਐਫਸੀਆਈ ਦਾ ਤਾਂ ਸੈਂਟਰ ਨੂੰ ਕਰਨਾ ਪਊਗਾ ਨਾ। ਐਫਸੀਆਈ ਤਾਂ ਰਾਮ ਵਿਲਾਸ ਪਾਸਵਾਨ ਜੀ ਕੋਲ ਹੈ,
ਸੋ ਮੈਂ ਤੁਹਾਡਾ ਸੁਝਾਅ ਜਿਹੜਾ ਮੈਂ ਨੋਟ ਕਰ ਲੈਣਾ ਤੇ ਮੈਂ ਗੱਲ ਕਰ ਜੀ ਮੈਂ ਕਹਿ ਰਿਹਾਗਾ ਕਿ ਸਵਾਲ ਇਹ ਹੈਗਾ ਕਿ ਜਦੋਂ ਇੱਕ ਚੀਜ਼ ਸੈੱਟ ਹੋ ਜੂ ਸਟੈਂਡਰਡ ਹੈ, ਕਿਸੇ ਥਾਂ ਤੇ ਇੱਕ ਸਟੈਂਡਰਡ ਸੈੱਟ ਹੋ ਗਿਆ, ਤੁਸੀਂ ਐਗਜ਼ਾਮਪਲ ਦੇ ਤੌਰ ਤੇ ਦਿਖਾ ਸਕਦੇ ਹੋ ਕਿ ਜੇ ਦਿੱਲੀ ਸਰਕਾਰ ਐ ਕਰ ਸਕਦੀ ਹੈ, ਜਿਵੇਂ ਤੁਸੀਂ ਕਹਿੰਦੇ ਹੋ ਜੋ ਹੈਲਥ ਤੇ ਐਜੂਕੇਸ਼ਨ ਲਈ ਇਹ ਕਰਦੇ ਨੇ, ਜੇ ਉਹ ਕਿਸਾਨੀ ਦੇ ਲਈ ਇਹ ਕਦਮ ਚੁੱਕ ਲੈਂਦੇ ਨੇ, ਜਿਸ ਤਰ੍ਹਾਂ ਦਿੱਲੀ ਸਰਕਾਰ ਜਿਹੜੀ ਹੈ ਕਿਸਾਨੀ ਲਈ ਇਹ ਕਦਮ ਚੁੱਕ ਲੈਂਦੇ ਨੇ, ਮੇਰਾ ਸਵਾਲ ਆ, ਮੇਰਾ ਸੁਝਾਅ ਨਹੀਂ ਹੈਗਾ, ਮੇਰਾ ਸਵਾਲ ਹੈ ਕਿ ਜੇ ਤੁਸੀਂ ਇਹ ਸਵਾਲ ਉਹਨਾਂ ਤੱਕ ਪਹੁੰਚਾ ਕੇ ਇਹ ਹੋ ਜਾਂਦਾ ਹੈ ਤਾਂ ਮੈਨੂੰ ਲੱਗਦਾ ਸ਼ਾਇਦ ਫਿਰ ਪੰਜਾਬ 'ਚ ਤੁਹਾਨੂੰ ਕਰਾਉਣਾ ਸੌਖਾ ਹੋ ਸਕਦਾ। ਤੁਸੀਂ ਇੱਕ ਐਗਜ਼ਾਮਪਲ ਦੇ ਸਕਦੇ ਹੋ ਕਿ ਦਿੱਲੀ 'ਚ ਇਹ ਹੋਇਆਗਾ, ਕਿਉਂਕਿ ਹੋਰ ਸਰਕਾਰ ਤਾਂ ਤੁਹਾਡੇ ਨਾਲ ਸੰਪਰਕ 'ਚ ਨਹੀਂ ਹੈ, ਦਿੱਲੀ ਸਰਕਾਰ ਤੁਹਾਡੇ ਨਾਲ ਡਾਇਰੈਕਟ ਸੰਪਰਕ 'ਚ ਹੈ, ਕਿਉਂਕਿ ਪੀਐਮ ਨੂੰ ਚਿੱਠੀ ਲਿਖਣੀ, ਚਿੱਠੀਆਂ ਲਿਖਣੀਆਂ ਫਾਰਮੈਲਿਟੀ ਇੱਕ ਹਿੱਸਾ ਬਣ ਚੁੱਕਿਆ, ਆਪਾਂ ਨੂੰ ਸਭ ਨੂੰ ਪਤਾ। 10 ਚਿੱਠੀਆਂ ਕੈਪਟਨ ਲਿਖ ਦੇਣਗੇ, ਸੁਖਬੀਰ ਲਿਖ ਦੇਣਗੇ, ਭਗਵੰਤ ਲਿਖ ਦੇਣਗੇ, ਇਹ ਚਿੱਠੀਆਂ ਨਾਲ ਇਸ ਦੇਸ਼ 'ਚ ਕੀ ਹੋਇਆ ਤੁਹਾਨੂੰ ਸਭ ਪਤਾ। ਤਾਂ ਜੇ ਪ੍ਰੈਕਟੀਕਲੀ ਹੋ ਜੂ ਸ਼ਾਇਦ ਇਹ ਚੀਜ਼ ਇਸ ਰੂਪ 'ਚ ਹੋ ਸਕਦੀ ਹੈ। ਨਹੀਂ, ਬਹੁਤ ਵਧੀਆ ਤੁਹਾਡਾ ਸਵਾਲ ਵੀ ਹੈ, ਸੁਝਾਅ ਵੀ ਹੈ ਵਿੱਚ ਇਹਦੇ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਸਕਦਾ ਯਾਦਵਿੰਦਰ ਕਿ ਦਿੱਲੀ ਸਰਕਾਰ ਜਿਹੜੀ ਹੈ ਉਹ ਸਵਾਮੀਨਾਥਨ ਤੇ ਐਮਐਸਪੀ ਦੇ ਵਿੱਚ ਜਿਹੜਾ ਗੈਪ ਹੈ ਉਹਨਾਂ ਉਹ ਜਿਹੜਾ ਬੋਨਸ ਦਿੰਦੇ ਨੇ, ਯਾਨੀ ਕਿ ਆਪ ਤਾਂ ਸਵਾਮੀਨਾਥਨ ਲਾਗੂ ਨਹੀਂ ਕਰ ਸਕਦੇ ਪਰ ਉਹਦੇ ਬਰਾਬਰ ਦਾ ਅਸੀਂ ਬੋਨਸ ਤਾਂ ਦੇ ਸਕਦੇ ਹਾਂ। ਸੋ ਜਿਸ ਤਰ੍ਹਾਂ 2616 ਰੁਪਏ ਵਿਕ ਰਹੀ ਹੈ ਹੁਣ ਉੱਥੇ ਕਣਕ ਜਿਹੜੀ ਹੈ, ਇੱਥੇ 1840 ਰੁਪਏ, ਜਿਹੜਾ ਵਿਚਲਾ ਗੈਪ ਹੈ ਐਮਐਸਪੀ ਦਾ ਤੇ ਸਵਾਮੀਨਾਥਨ ਦੀਆਂ ਰਿਪੋਰਟਾਂ ਦੇ ਸ਼ਰਤ ਜਿਹੜੀਆਂ ਲਾਗੂ ਜੇ ਹੋ ਜਾਂਦੀਆਂ ਉਹਦੇ ਗਾਈਡਲਾਈਨ ਮੁਤਾਬਕ, ਤਾਂ ਉਹ ਅਸੀਂ ਜੇ ਉਹ ਦੇ ਸਕਦੇ ਹਾਂ ਤਾਂ ਵੀ ਤੁਹਾਡਾ ਜਿਹੜਾ ਲਾਗੂ ਕਰ ਸਕਦੇ ਸੀ ਕਿ ਜਿਹੜਾ ਮੋਇਸਚਰ ਹੈ ਉਹਨੂੰ 12 ਤੋਂ ਵਧਾ ਕੇ 14 ਜਾਂ 13.5 ਤੱਕ ਕਰਕੇ, ਤਾਂ ਕਿ ਇੱਕ ਵੀ ਜਿਹੜੀ ਉਹ ਬਚੇ ਨਾ। ਵੈਸੇ ਤਾਂ ਹੁਣ ਬਹੁਤ ਘੱਟ ਚਾਂਸ ਨੇ ਕਿ ਹੁਣ ਹਰੇ ਕਣਕ ਆਊਗੀ ਜਾਂ ਕੋਈ, ਕਿਉਂਕਿ ਕਰੋਗੇ। ਬਿਲਕੁਲ, ਮੈਂ ਅੱਜ ਹੀ ਗੱਲ ਕਰੂੰਗਾ ਜੀ। ਹਾਂਜੀ, ਓਕੇ ਜੀ। जोशी साहब, सुनील जोशी, सुमित जोशी, अपना अनम्यूट कर लो, माइक अनम्यूट कर लो, सुमित, हेलो, बोलो जी सुमित, बोलो सुमित जी। मतलब मेरा आपसे सवाल ये है कि कल से एक बड़ी दुविधा खड़ी हो चुकी है लोगों के सामने। हरसिमरत कौर बादल बार बार कह रही हैं कि पैसे जारी हुए हैं जीएसटी और कोविड-19 के लिए फंड जो जारी हुआ है सेंट्रल गवर्नमेंट की तरफ से। आपने भी कहा कि या तो वो दस्तावेज दिखा दें। कैप्टन अमरिंदर सिंह ने कल फिर से प्रेस नोट जारी किया कि नहीं हुए हैं जारी। ये सबसे बड़ी दुविधा एक तो लोगों के सामने बनी हुई है। आप एमपी भी हैं, आप स्पष्ट इसमें कर सकते हैं कि क्या कोई केंद्र से मदद पंजाब को आई है और जीएसटी का जो पैसा है बनता वो मिला है साथ में। इसके साथ ही एक दूसरा सवाल मेरा ये है, वीडियो कॉन्फ्रेंसिंग जब सीएम ने नेशनल तौर पर की थी तब उनसे मैंने सवाल पूछा था कि नशे को लेकर के क्या कोविड-19 में कोई फर्क पड़ा है, तो उन्होंने कहा था एक ही फायदा हुआ है और ये हुआ है कि एक चेन थी जो बड़ी वो टूट चुकी है। इन दोनों में आपका क्या कहना है? देखिए, जो पहला सवाल है आपका सुमित, उसमें मैंने कल भी ये रख किया था कि देखिए एक तरफ तो लोग एक दूसरे की मदद कर रहे हैं, चाहे वो राशन के रूप में, चाहे मेडिकल के रूप में, चाहे किसी भी रूप में लोग एक दूसरे को हेल्पिंग हैंड दे रहे हैं। दूसरी तरफ ऐसा राजनीतिक बयान आ रहे हैं कि सेंटर की तरफ से 900 करोड़ रुपए आ गया और कैप्टन साहब कह रहे हैं कि 1 रुपया भी मेरे पास नहीं पहुंचा। तो ये तो नहीं हो सकता ना कि जो सेंटर का पैसा है कि जैसे सुखबीर बादल कहते हैं कि ट्रक भर के आता है, कि वो ट्रक बीच में से गायब हो गया, या ट्रक जो है वो उसकी चुंगी नहीं हुई, या ट्रक जो बॉर्डर पे खड़ा है। सेंटर का पैसा तो थ्रू बैंक अकाउंट से आता है ना। तो आप एक मिनिस्टर, एक कैबिनेट मिनिस्टर इंडिया की, वो ऐसा कह रही है तो उसमें अगर सच्चाई है तो वो डॉक्यूमेंट ला देना। उनकी गवर्नमेंट तो उनकी है, और फिर हम कैप्टन साहब से पूछेंगे कि हाँ जी ये इतनी तारीख को आरटीजीएस हुआ है, इतनी तारीख को इतना पैसा आया, वो कहाँ गया है। तो फिर तो हम पूछते हैं, या फिर कैप्टन साहब बता दें। अगर कैप्टन साहब तो बार बार कह रहे हैं आया नहीं, तो इसका मतलब तो मुख्यमंत्री भी तो एक जिम्मेदार बहुत बड़ा, वो स्टेट के मुखिया है ना, उनको अगर वो कह रहे हैं, वो गलत तो नहीं कह रहे होंगे ना। तो ये दोनों में से एक तो गलत है, इतना तो पता है। लेकिन ऐसे समय में मेरे ख्याल में ऐसी राजनीति के पैसा आ गया या दिलवा दिया, या ये राशन कांग्रेस का है, ये राशन अकालियों का है, ऐसा नहीं होना चाहिए। ऐसे मौके में मिलजुल के लड़ाई लड़नी पड़ेगी, क्योंकि जो वायरस है ये राजा रंग नहीं देखता। इसमें हम देख चुके हैं कि प्रिंस चार्ल्स जैसे, और बोरिस जॉनसन जो इंग्लैंड के प्राइम मिनिस्टर, और जस्टिन ट्रूडो की वाइफ, इतने बड़े बड़े लोग जो हैं वो इससे पॉजिटिव
जो इससे पीड़ित हो चुके हैं। और ये कोई बाढ़ नहीं है सुमित कि लोग ये समझे कि ये निचले इलाकों में आएगा जी, ऊपर वाले हम बच जाएंगे। ये बीमारी है, इसको हमें वैज्ञानिक तरीके से इसका सामना करना चाहिए, ना कि एक दूसरे पर इल्जाम लगा के या मैं पैसा ले आया या मैंने राशन बांट दिया या मेरी फोटो लग गई या उसकी फोटो लग गई। इस राजनीति में हमें पढ़ने का अभी मौका नहीं है, बाद में कर लेंगे ऐसा कुछ जो करना है। तो नंबर 2 पे कैप्टन ने कहा कि इसका एक ही फायदा हुआ है। देखो, अगर कैप्टन साहब कोरोना की वेट कर रहे थे चेन तोड़ने के लिए, तो मेरे ख्याल में फिर वो जो गुटखा साहब पकड़ के माथे पर लगाकर जो 4 हफ्ते की कसम खाई थी, वो खुद तो पूरी नहीं हुई, इसका मतलब कुदरत ने पूरी कर दी। मैं तो अरदास करता हूं कि वो सही हो। और ये जो बीमारी है, ये कहीं ना कहीं जो ड्रग की चेन तोड़ने में शायद सहायक हो जाए। कुछ कुदरत के भी कुछ कानून हैं, आसमान साफ हुआ है, पानी नीले रंग का हो गया है, और पक्षी जो है, नए नए तोते चिड़िया जो हम गायब भी हो गए थे वो बाहर निकल आए हैं। शायद इसमें हमें ये फायदा भी हो जाए कि ड्रग की चेन टूट जाए। और लोगों ने कई जगह पे लोगों ने जो अपने अपने गांव के बाहर जो पैरे लगा रखे हैं, वहां पे लोग पकड़े भी हैं जो सप्लाई वगैरह देने आते थे। तो मैं तो यही दुआ करता हूं कि ये बात सच्ची हो। जी रमन जी। हाँ जी मान साहब आवाज आ रही मेरी? जी बिल्कुल आ रही है। मान साहब ਸਾਰੇ ਸਿਆਸਤਦਾਨ ਇਸ ਦੌਰ 'ਚ ਕਹਿ ਰਿਹਾ ਹੈ ਕਿ ਚਲੋ ਜੀ ਸਿਆਸਤ ਨਹੀਂ ਕਰਨੀ ਚਾਹੀਦੀ, ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ, ਪਰ ਮਸਲੇ ਵੀ ਤਾਂ ਰਾਜਨੀਤੀ ਦਾ ਹਿੱਸਾ ਹੀ ਹੈਗੇ ਆ ਨਾ। ਤੁਸੀਂ ਪੰਜਾਬ 'ਚ ਆਪੋਜੀਸ਼ਨ ਹੋ, ਤੁਸੀਂ ਮਹਿਸੂਸ ਕਰਦੇ ਹੋ ਕਿ ਸਰਕਾਰ ਨੂੰ ਇਸ ਦੌਰ 'ਚ ਇੰਨਾ ਢਿੱਲਾ ਛੱਡ ਦੇਣਾ ਚਾਹੀਦਾ ਹੈ? ਕਿ ਮੈਂ ਤੁਹਾਡੇ ਸਾਹਮਣੇ ਕੇਸ ਸਟੱਡੀ ਦੇ ਰਿਹਾ, ਮੈਂ ਆਪਣੇ ਪਿੰਡ ਰਣਜੀਤਗੜ੍ਹ 'ਚ ਹੈ, ਔਰ ਮੈਂ ਇੱਥੋਂ ਰਣਜੀਤਗੜ੍ਹ ਦੇ ਨਾਲ ਇੱਕ ਹੋਰ ਦਾਣਾ ਮੰਡੀ ਖੱਪਿਆਂ ਵਾਲੀ ਲੱਗਦੀ ਹੈ, ਕੱਲ ਮੈਂ ਰਿਪੋਰਟ ਵੀ ਉੱਥੋਂ ਕੀਤੀ ਹੈ। ਹਾਲੇ ਤੱਕ ਖਰੀਦ ਨਹੀਂ ਸ਼ੁਰੂ ਹੋ ਸਕੀ, ਪੇੜ ਹਜੇ ਪੱਕੇ ਕੀਤੇ ਜਾ ਰਹੇ ਆ। ਦੂਸਰੀ ਗੱਲ ਇਹ ਹੈ, ਇਹਨਾਂ ਨੇ ਕੰਪਿਊਟਰਾਈਜ਼ ਸਿਸਟਮ ਬਣਾਇਆ। ਮੇਰੀ ਪੰਨੂ ਸਾਹਿਬ ਦੇ ਨਾਲ ਵੀ ਗੱਲ ਹੋਈ, ਜਿਹੜਾ ਕੰਪਿਊਟਰਾਈਜ਼ ਸਿਸਟਮ ਬਣਾਇਆ ਮਾਨ ਸਾਹਿਬ, ਉਹ ਕਿਸੇ ਆੜਤੀਏ ਨੂੰ ਤਾਂ ਦੇ ਰਿਹਾ 5 ਪਾਸ, ਤੇ ਕਿਸੇ ਆੜਤੀਏ ਨੂੰ 2-2 ਦਿਨ ਪਾਸ ਹੀ ਨਹੀਂ ਆ ਰਹੇ। ਨੰਬਰ 2, ਜ਼ਿਮੀਦਾਰ ਵੇਖੋ, ਜਿਹੜਾ ਜ਼ਿਮੀਦਾਰ 5 ਏਕੜ ਵਾਲਾ, 10 ਏਕੜ ਵਾਲਾ, 15 ਏਕੜ ਵਾਲਾ, ਉਹਨੂੰ ਜੇ ਪਾਸ ਮਿਲ ਜਾਂਦਾ ਉਹਨੂੰ ਮਸ਼ੀਨ ਨਹੀਂ ਮਿਲਦੀ, ਜੇ ਮਸ਼ੀਨ ਮਿਲ ਜਾਂਦੀ ਆ ਉਹਨੂੰ ਪਾਸ ਨਹੀਂ ਮਿਲਦਾ। ਉਸ ਤੋਂ ਬਾਅਦ ਜੇ ਉਹਨੂੰ ਪਾਸ ਤੇ ਮਸ਼ੀਨ ਦੋਵੇਂ ਮਿਲ ਜਾਂਦੀਆਂ, ਫਿਰ ਉਹਨੂੰ ਟਰੈਕਟਰ ਤੇ ਟਰਾਲੀਆਂ ਨਹੀਂ ਮਿਲਦੇ। ਠੀਕ ਹੈ ਜੀ। ਨੰਬਰ 3 ਪੁਆਇੰਟ, ਇਹਨਾਂ ਨੇ 55 ਕੁਇੰਟਲ ਦੀ ਸ਼ਰਤ ਰੱਖੀ। ਯਾਦਵਿੰਦਰ ਦੇ ਨਾਲ ਪੰਨੂ ਸਾਹਿਬ ਨੇ ਇੰਟਰਵਿਊ ਕੀਤਾ, ਮੈਂ ਸੁਣਿਆ, ਪਰ ਬਾਅਦ ਚੋਂ ਸ਼ਰਤ ਵਿਡਰਾਅ ਕਰ ਦਿੱਤੀ ਗਈ, ਕਹਿੰਦੇ ਟਰਾਲਾ ਲੈ ਆਓ ਤੇ ਅਸੀਂ ਤੋਲ ਦਿਆਂਗੇ। ਪਰ ਇੰਪੋਰਟੈਂਟ ਸਵਾਲ ਸਭ ਤੋਂ ਵੱਡਾ ਇਹ ਆ ਮਾਨ ਸਾਹਿਬ, ਕਿ ਇੱਕ ਟਰਾਲੇ ਦੇ ਨਾਲ ਪੂਰੀ ਫਸਲ ਨਹੀਂ ਤੁਲਦੀ। 10 ਏਕੜ ਚੋਂ 3 ਟਰਾਲੇ ਹੁੰਦੇ ਆ, 2 ਟਰਾਲੇ ਬੰਦਾ ਘਰੇ ਰੱਖੂਗਾ। 4.5 ਰੁਪਏ ਆੜਤ ਜਿਹੜੀ 4.5 ਰੁਪਏ ਆੜਤ ਹੈ, ਉਹ ਜ਼ਿਮੀਦਾਰ ਤੋਂ ਕਿਸਾਨ ਆਪਣਾ ਆੜਤੀਆ ਲੈਂਦਾ। ਹੁਣ ਇੱਕ ਤਾਂ ਪਹਿਲਾਂ ਮਸ਼ੀਨ ਜਦੋਂ ਵੱਢਦੀ ਸੀ ਤਾਂ ਫਸਲ ਸਿੱਧੀ ਆਉਂਦੀ ਸੀ ਦਾਣਾ ਮੰਡੀ 'ਚ, ਉਹ ਲਾ ਕੇ ਤੇ ਉਹਨੂੰ ਛਾਣ ਕੇ ਤੇ ਤੋਲ ਦਿੰਦੇ ਸੀ। ਹੁਣ ਫਸਲ ਮਾਨ ਸਾਹਿਬ ਬੰਦਾ ਪਹਿਲਾਂ ਘਰੇ ਲੈ ਕੇ ਆਊਗਾ, ਘਰ ਤੋਂ ਬਾਅਦ ਫਿਰ ਉਹਨੂੰ ਭਰ ਕੇ ਟਰਾਲੀਆਂ 'ਚ ਦਾਣਾ ਮੰਡੀ ਲੈ ਕੇ ਜਾਊਗਾ। 8 ਰੁਪਏ 60 ਪੈਸੇ ਤੇ 4.5 ਰੁਪਏ ਜਿਹੜੇ ਆ ਆੜਤੀਏ ਦੇ, ਖਰਚਾ 3 ਗੁਣਾ ਜ਼ਿਆਦਾ ਵੱਧ ਗਿਆ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਮਾਨ ਸਾਹਿਬ, ਮਾੜੇ ਬੰਦੇ ਨੂੰ ਤਾਂ ਟਰੈਕਟਰ ਤੇ ਟਰਾਲੀ ਨਹੀਂ ਮਿਲਦਾ ਕਿਰਾਏ ਤੇ ਦੂਜੀ ਵਾਰੀ। ਮੈਂ ਇਹ ਕਹਿਣਾ ਹੈ ਕਿ ਬਤੌਰ ਆਪੋਜੀਸ਼ਨ ਤੁਹਾਡੇ ਬੰਦੇ ਇਸ ਗੱਲ ਦਾ, ਤੁਹਾਡੀ ਪਾਰਟੀ ਕਿਉਂ ਨਹੀਂ ਪ੍ਰੈਸ਼ਰ ਪਾਉਂਦੀ ਸਰਕਾਰ ਤੇ ਕਿ ਜਿਹੜੀਆਂ ਸਿਸਟਮ 'ਚ ਉਲਟਾਈਆਂ ਉਹਨਾਂ ਨੂੰ ਤਾਂ ਠੀਕ ਕੀਤਾ ਜਾਵੇ ਨਾ। ਹੁਣ ਸਿਸਟਮ ਦੀਆਂ ਉਲਟਾਈਆਂ ਨੂੰ ਕੀ ਇਸ ਗੱਲ ਕਰਕੇ ਮਾਫ ਕਰ ਦਈਏ ਆਪਾਂ ਵੀ ਕੋਵਿਡ-19 ਚੱਲਦਾ ਪਿਆ, ਫਿਰ ਸਰਕਾਰਾਂ ਬੜੀਆਂ ਕਿਸ ਵਾਸਤੇ ਆ, ਔਰ ਤੁਹਾਨੂੰ ਕਿਉਂ ਚੁਣਿਆ ਲੋਕਾਂ ਨੇ? ਬਿਲਕੁਲ, ਮੈਂ ਰਮਨ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬੜਾ ਵਧੀਆ ਸਵਾਲ ਹੈ ਤੁਹਾਡਾ। ਮੈਂ ਖੁਦ ਕਿਉਂਕਿ ਪਿਛਲੇ 4 ਦਿਨਾਂ ਤੋਂ ਮੰਡੀਆਂ 'ਚ ਇੱਕ ਆੜਤੀਆ ਮੈਨੂੰ ਮਿਲਿਆ ਕੌਰੀਆਂ ਮੰਡੀ, ਉਹ ਕਹਿੰਦਾ ਜੀ ਮੈਂ ਪਿਛਲੇ ਸਾਲ ਲਾਇਸੈਂਸ ਲਿਆ ਤੇ ਮੈਨੂੰ ਹਜੇ ਤੱਕ ਇੱਕ ਵੀ ਪਾਸ ਨਹੀਂ ਮਿਲਿਆ, ਤੇ ਜਿਹੜੇ ਮੇਰੇ ਨਾਲ ਦੇ ਨੇ ਉਹਨਾਂ ਨੂੰ 3 ਵਾਰੀ ਮਿਲ ਗਏ, ਕਿਉਂਕਿ ਇਹਨਾਂ ਨੇ ਕੀ ਕ੍ਰਾਈਟੇਰੀਆ ਰੱਖਿਆ ਕਿ ਪਿਛਲੇ ਸਾਲ ਜਿੰਨੀ ਪ੍ਰੋਡਕਸ਼ਨ ਆਈ ਸੀ ਉਹਦੇ ਹਿਸਾਬ ਨਾਲ ਅਸੀਂ ਪਾਸ ਦੇਵਾਂਗੇ। ਉਹ ਕਹਿੰਦਾ ਜੀ ਫਿਰ ਜੇ ਮੈਨੂੰ ਪਾਸ ਨਾ ਮਿਲਿਆ, ਜਿਹੜੇ ਮੇਰੇ ਕੋਲੇ 5-7 ਮੇਰੇ ਜਿਹੜੇ ਕਿਸਾਨ ਮੇਰੇ ਨਾਲ ਆੜਤ ਤੇ ਆਉਣਗੇ ਉਹ ਵੀ ਫਿਰ ਜਾਣਗੇ ਜੀ, ਉਹ ਕਹਿਣਗੇ ਤੈਨੂੰ ਪਾਸ ਤਾਂ ਮਿਲਦੇ ਨਹੀਂ, ਅਸੀਂ ਤਾਂ ਫਿਰ ਆਪਣੀ ਕਣਕ ਕਿਸੇ ਹੋਰ ਆੜਤੀ ਤੇ ਸੁੱਟਦੇ ਹਾਂ। ਕਹਿੰਦੇ ਨਾ ਮੈਨੂੰ ਲੇਬਰ ਜਿਹੜੀ ਇਹ ਮਿਲੇ। ਕੱਲ ਫਿਰ ਮੈਂ SDM ਸੁਨਾਮ ਨਾਲ ਵੀ ਗੱਲ ਕੀਤੀ ਸੀ ਜਦੋਂ ਇਹ ਮੰਡੀਆਂ 'ਚ ਗਏ ਸੀ, ਤੇ ਤਾਂ ਕਿ ਆੜਤੀਆਂ ਦੀ ਇੱਕ ਮੀਟਿੰਗ ਬੁਲਾ ਲਓ। ਸਾਰੇ ਆੜਤੀ, ਇੱਕ ਮੰਡੀ ਨੂੰ ਫਰਜ਼ ਕਰੋ 150 ਪਾਸ ਮਿਲਦੇ ਨੇ, ਤਾਂ ਆੜਤੀ ਇੰਨੇ ਨੇ, ਤਾਂ ਉਸ ਹਿਸਾਬ ਨਾਲ ਜਿਹੜਾ ਜਿਹਦੇ ਕੋਲ ਜ਼ਿਆਦਾ ਨੇ ਘਰ, ਉਸ ਹਿਸਾਬ ਨਾਲ ਉਹਨਾਂ ਨੂੰ, ਪਰ ਛੋਟੇ ਨੂੰ ਬਿਲਕੁਲ ਹੀ ਜਿਹੜਾ ਉਹ ਇਗਨੋਰ ਨਾ ਕੀਤਾ ਜਾਵੇ। ਅਸੀਂ ਇੱਥੋਂ ਦੇ ਪ੍ਰਸ਼ਾਸਨ ਨਾਲ ਤਾਂ ਗੱਲ ਕਰ ਲਈ। ਤੇ ਨੰਬਰ 2 ਤੇ ਇੱਕ ਨਵੀਂ ਗੱਲ ਹੈ, ਕੁਝ ਜਿਹੜੇ ਸ਼ੈਲਰਾਂ ਨੂੰ ਨੋਟੀਫਾਈ ਕੀਤਾ ਮੰਡੀਆਂ ਵਾਸਤੇ। ਅਸੀਂ ਇਹ ਗੱਲ ਸੰਗਰੂਰ ਤੇ ਬਰਨਾਲੇ ਦੇ ਵਿੱਚ ਤਾਂ ਹੋ ਗਈ ਗੱਲ, ਇਹ ਆੜਤੀਆਂ ਤੇ
ਕਿਸਾਨਾਂ ਦੇ ਵਿਚਾਲੇ ਗੱਲ ਛੱਡਤੀ। ਉਹ ਜਿਹੜੇ ਸ਼ੈਲਰਾਂ ਵਾਲੇ ਕਹਿੰਦੇ ਸਾਡੇ ਤਾਂ ਭਾਵੇਂ ਤੁਸੀਂ 50 ਟਰਾਲੀਆਂ ਲਾ ਦਿਓ, ਉਹ ਕਿਹੜਾ ਸਾਡੇ ਕੋਲ ਜਗ੍ਹਾ ਹੈਗੀ ਹੈ, ਲਾ ਲਓ, ਉਹਦੀ ਕਿਸਾਨ ਆਪ ਰਾਖੀ ਕਰ ਲੇ, ਕੋਈ 2 ਕਿਸਾਨ ਰਲ ਕੇ ਬਾਕੀ ਸਾਰੀਆਂ ਢੇਰੀਆਂ ਦੀ ਰਾਖੀ ਕਰ ਲੈਣ ਅੰਦਰ 4 ਦੀਵਾਰੀ 'ਚ। ਅਸੀਂ ਪਰ ਜਿਹੜੀ ਤੋਲਾਂਗੇ ਉਹ ਜਿੰਨੇ ਸਾਨੂੰ ਕੂਪਨ ਮਿਲਣਗੇ ਉਹਦੇ ਮੁਤਾਬਕ ਹੀ, ਘੱਟੋ ਘੱਟ ਉਹ ਸੇਫ ਤਾਂ ਪਹੁੰਚ ਜੂਗੀ ਨਾ ਉੱਥੇ ਸ਼ੈਲਰ 'ਚ, ਤੇ ਉੱਥੇ ਤੁਲ ਕੇ ਉੱਥੇ ਉਹਦੀ ਜਿਹੜੀ ਪ੍ਰੋਕਿਉਰਮੈਂਟ ਹੋ ਜੂਗੀ। ਨਹੀਂ ਇੱਕ ਚੀਜ਼ ਹੋਰ ਆ ਮਾਨ ਸਾਹਿਬ, ਇੱਕ ਚੀਜ਼ ਹੋਰ ਆ, ਮੈਂ ਚਾਹਣਾ ਕਿ ਇਹ ਮਸਲਾ ਵੀ ਤੁਹਾਨੂੰ ਚੱਕਣਾ ਚਾਹੀਦਾ। ਅਸੀਂ ਆਪਦੇ ਪੱਤਰਕਾਰੀ ਤੌਰ ਤੇ ਚੱਕ ਰਹੇ ਹਾਂ, ਪਰ ਤੁਹਾਨੂੰ ਪਾਰਟੀ ਤੌਰ ਤੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਕਹਿੰਦੇ ਆ, ਮੰਨ ਲਓ ਇੱਕ ਛੋਟੀ ਮੰਡੀ ਲੈ ਲਈਏ ਆਪਾਂ ਕਿਸੇ ਕਸਬੇ ਦੀ, ਉਹਦੇ ਚ ਮੰਨ ਲਓ 15 ਉਹਦੇ ਚਾੜਤ ਗਿਆ, ਇੱਕ ਆੜਤੀਏ ਨੂੰ 5 ਪਾਸ ਮਿਲੇ ਤੇ ਪਾਸ ਹੋ ਗਏ 75। ਹੁਣ 75 ਜ਼ਿਮੀਦਾਰ ਇੱਕੋ ਦਿਨ ਚ ਉਹ ਦਾਣਾ ਮੰਡੀ ਚ ਆ ਗਏ। ਮਾਨ ਸਾਹਿਬ ਆਮ ਦਿਨਾਂ ਚ ਵੀ 75 ਫਾਰਮਰ ਨਹੀਂ ਆਉਂਦੇ, ਇਹ ਤਾਂ ਸਗੋਂ ਸੋਸ਼ਲ ਡਿਸਟੈਂਸਿੰਗ ਖਤਮ ਹੋ ਰਹੀ ਆ। ਬਿਲਕੁਲ, ਮੈਂ ਕਿਸਾਨ ਇੱਕ ਆੜਤੀਆ ਚਾਹੀਦਾ। ਹਜੇ ਤਾਂ ਜਿਹੜੇ ਮੈਨੂੰ ਫਿਕਰ ਇਸ ਗੱਲ ਦਾ ਹੈ, ਮੈਂ ਤਾਈਓ ਇਹ ਚਿੱਠੀ ਲਿਖ ਰਹੀ, ਤਾਈਓ ਪੀਸੀ ਕਰ ਰਿਹਾ। ਮੈਂ ਹੁਣ ਗੱਲ ਵੀ ਕਰੂੰਗਾ ਵਿਸ਼ਵਜੀਤ ਖੰਨਾ ਨਾਲ ਕਿ ਹਜੇ ਤਾਂ ਪੀਕ ਆਉਣੀ ਹੈ। ਇਸ ਹਫਤੇ ਇਕੱਠੀ ਫਸਲ ਆਊਗੀ। ਮੰਡੀਆਂ ਪਹਿਲਾਂ ਹੀ ਓਵਰਫਲੋ ਕਰੀ ਬੈਠੇ ਨੇ, 3 ਦਿਨ ਹੋ ਗਏ ਬੋਲੀ ਨਹੀਂ ਲੱਗੀ, ਕਿਤੇ ਅੱਜ ਸ਼ੁਰੂ ਹੋ ਰਹੀ ਹੈ, ਕਿਤੇ ਕੱਲ ਨੂੰ। ਜਿਵੇਂ ਕੱਲ ਧਨੌਲੇ ਵਾਲੇ ਕਹਿੰਦੇ ਸੀ, ਉਹ ਕਹਿੰਦੇ ਜੀ ਜਦੋਂ ਮੀਂਹ ਪੈ ਗਿਆ ਰਾਤ ਨੂੰ, ਉਹ ਕਹਿੰਦੇ ਉਦੋਂ ਸਾਰੇ ਅਸੀਂ 40 ਜਣੇ ਇੱਕ ਕਮਰੇ 'ਚ ਇਕੱਠੇ ਹੋਏ ਸੀ, ਕੋਈ ਸ਼ੈਡ ਹੀ ਹੈ ਨਹੀਂ। ਉਦੋਂ ਫਿਰ ਸੋਸ਼ਲ ਡਿਸਟੈਂਸ ਕਿੱਧਰ ਗਿਆ? ਜਦੋਂ ਮੀਂਹ ਪੈ ਗਿਆ ਤਾਂ ਸਾਰੀ ਲੇਬਰ ਤੇ ਸਾਰੇ ਕਿਸਾਨ ਇੱਕ ਜਗ੍ਹਾ ਤੇ ਸ਼ੈਲਟਰ ਲੈ ਰਹੇ ਨੇ, ਤੇ ਫਿਰ ਕਾਹਦਾ ਵਾਟ ਦੈਟ ਮੀਨਸ। ਤੇ ਇੱਥੋਂ ਤੱਕ ਕਿ ਧਨੌਲੇ ਵਾਲਿਆਂ ਨੇ ਤੇ ਇਹ ਵੀ ਕਿਹਾ ਕਿ ਜੀ ਮੱਛਰ ਦੀ ਦਵਾਈ ਤਾਂ ਛਿੜਕਾ ਦਿਓ ਮੰਡੀ 'ਚ। ਤੇ ਬਾਅਦ ਜਦੋਂ ਮੈਂ ਸੈਕਟਰੀ ਮਾਰਕੀਟ ਕਮੇਟੀ ਨੂੰ ਪੁੱਛਿਆ, ਉਹ ਕਹਿੰਦੀ ਸਾਡੇ ਕੋਲੇ 25,000 ਲੀਟਰ ਆਈ ਪਈ ਹੈ ਜੀ ਜਿਹੜੀ ਦਵਾਈ ਛਿੜਕਣ ਵਾਲੀ। ਮੈਂ ਕਿਹਾ ਛਿੜਕੋ ਜੀ, ਫਿਰ ਕੱਲ ਸ਼ਾਮ ਨੂੰ ਛਿੜਕਾ ਕਰਾਇਆ। ਮਤਲਬ ਕਮੀਆਂ ਤਾਂ ਹਜੇ ਹੁਣ ਅੱਗੇ ਸਾਹਮਣੇ ਆਉਣਗੀਆਂ। ਮੈਂ ਤੁਹਾਡੀ ਗੱਲ ਇਹ ਬਿਲਕੁਲ ਜਾਇਜ਼ ਮੰਨਦਾ, ਤੇ ਮੈਂ ਗੱਲ ਕਰੂੰਗਾ ਸੈਕਟਰੀ ਐਗਰੀਕਲਚਰ ਨਾਲ ਕਿ ਘੱਟੋ ਘੱਟ ਆੜਤੀਆਂ ਦਾ ਤੇ ਕਿਸਾਨਾਂ ਦਾ ਕਲੈਸ਼ ਨਾ ਕਰਾਇਆ ਜਾਵੇ। ਸਰਕਾਰ ਨੇ ਆਪਣੇ ਗਲੋਂ ਲਾ ਕੇ ਇਹ ਸਾਰਾ ਕੁਝ ਆੜਤੀਆਂ ਤੇ ਕਿਸਾਨਾਂ ਦੇ ਗਲ ਪਾਤਾ। ਹੁਣ ਆੜਤੀਆਂ ਤੇ ਕਿਸਾਨਾਂ ਦਾ ਕਲੈਸ਼ ਹੋਣ ਦੇ ਵੀ ਚਾਂਸਸ ਬਣੇ ਪਏ ਨੇ, ਆੜਤੀਆਂ ਦੇ ਆਪਸ ਚ ਕਲੈਸ਼ ਹੋਣ ਦੇ ਵੀ ਚਾਂਸਸ ਬਣੇ ਪਏ ਨੇ। ਸੋ ਇਸ ਕਰਕੇ ਮੈਂ ਲਿਖਿਆ ਚਿੱਠੀ ਦੇ ਵਿੱਚ ਕਿ ਜਿਹੜਾ ਕੋਈ ਜ਼ਿਮੀਂਦਾਰ ਰੋਕ ਸਕਦਾ ਉਹਨੂੰ ਕੋਈ ਕੰਪਨਸੇਸ਼ਨ ਜ਼ਰੂਰ ਦਿਓ, ਤਾਂ ਤੁਸੀਂ ਥੋੜਾ ਜਿਹਾ ਸੀਜ਼ਨ ਨੂੰ ਲੰਬਾ ਕਰ ਸਕਦੇ ਹੋ। ਨਹੀਂ ਜਿਵੇਂ ਤੁਸੀਂ ਸੋਚਿਆ ਹੋਇਆ ਵੀ 45 ਤੇ ਵੰਡ ਦਿਓ, ਸਾਰੀ ਜਿਹੜੀ ਜਿੰਨੀ ਵੀ ਉਤਪਾਦਨ ਹੈ ਉਹਨੂੰ 45 ਤੇ ਵੰਡ ਦਿਓ। ਐਦਾਂ ਵੰਡਣ ਨਾਲ ਗੁਨਾਹ ਕਰਨ ਨਾਲ ਨਹੀਂ ਕੰਮ ਚੱਲਣਾ। ਮੰਡੀਆਂ 'ਚ ਜਿਹੜੀ ਗਰਾਊਂਡ ਜ਼ੀਰੋ ਦੇ ਹਾਲਾਤ ਹੋਰ ਨੇ। ਇੱਕ ਗੱਲ ਹੋਰ ਯਾਦ ਰੱਖਣੀ ਪਊਗੀ ਮਾਨ ਸਾਹਿਬ ਕਿ ਸੀਜ਼ਨ 45 ਦਿਨਾਂ ਦਾ ਹੋ ਗਿਆ, ਕਿਤੇ ਤਾਂ ਇੱਕ ਆੜਤੀ ਦਾ ਹਿਸਾਬ 45 ਦਿਨ ਪਹਿਲਾਂ ਹੋ ਜਾਣਾ ਸੀ, ਕਿਤੇ ਉਹਦਾ 45 ਦਿਨ ਬਾਅਦ ਹਿਸਾਬ ਹੋਊਗਾ, ਉਹਨੂੰ 1 ਮਹੀਨੇ ਦੀ ਵਿਆਜ ਵੱਧ ਪਊਗੀ। ਤੇ ਨਾਲ ਅਗਲੀ ਫਸਲ ਬੀਜਣ ਵਾਸਤੇ ਕਿਸਾਨ ਨੂੰ ਵੀ ਤਾਂ ਟਾਈਮ ਘੱਟ ਮਿਲੂਗਾ ਝੋਨੇ ਵਾਸਤੇ। ਕਿਉਂ ਨਾ ਮੰਡੀਕਰਨ ਬਾਜਰੇ ਦਾ, MSP ਮੱਕੀ ਦੀ ਤੇ ਬਾਕੀ ਸਾਰੀਆਂ ਦੀ MSP ਤਾਂ ਹੈਗੀ ਹੈ, ਪਰ ਮੰਡੀਕਰਨ ਤਾਂ ਕਿ ਇੱਕ ਗੱਲ ਹੋਰ ਵੀ ਹੋ ਜੇ, ਜਿਵੇਂ ਕੈਪਟਨ ਸਾਹਿਬ ਕਹਿੰਦੇ ਆ ਕਿ ਕੁਦਰਤੀ ਸ਼ਾਇਦ ਹੋ ਜੇ ਇਹਦਾ ਇੱਕ ਫਾਇਦਾ ਹੋਇਆ, ਸ਼ਾਇਦ ਇਹਦਾ ਇੱਕ ਹੋਰ ਫਾਇਦਾ ਹੋ ਜੇ ਕਿ ਫਸਲੀ ਵਿਭਿੰਨਤਾ ਜਿਹੜੀਆਂ ਸਰਕਾਰਾਂ ਲਾਗੂ ਨਹੀਂ ਕਰ ਸਕੀਆਂ, ਸ਼ਾਇਦ ਕੁਦਰਤ ਲਾਗੂ ਕਰ ਦੇ ਤੇ ਸਾਡਾ ਧਰਤੀ ਦਾ ਪਾਣੀ ਵੀ ਬਚ ਜੇ। ਤੇ ਮੈਂ ਇਸ ਮਾਮਲੇ 'ਚ ਮੈਂ ਉਸ ਦਿਨ ਆਲ ਪਾਰਟੀ ਮੀਟਿੰਗ ਦੇ ਵਿੱਚ ਗੱਲ ਵੀ ਕੀਤੀ ਸੀ ਇਹ, ਤੇ ਮੈਂ ਅੱਜ ਵੀ ਇਹ ਗੱਲ ਤੁਹਾਡੇ ਵਾਲੀ ਕਰੂੰਗਾ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹ ਤੁਹਾਡੀ 1-2 ਦਿਨ ਤਾਂ ਜਦੋਂ ਮਾਲ ਨਹੀਂ ਆਇਆ ਸੀਗਾ ਉਹ ਤਾਂ ਚੱਲ ਗਈ। ਹੁਣ ਜਦੋਂ ਇੱਕਦਮ ਹੋਊਗਾ ਤਾਂ ਮੰਡੀਆਂ ਓਵਰਫਲੋ ਹੋਣਗੀਆਂ। ਕੱਲ ਮੈਨੂੰ ਬੜਵਰ ਦੀ ਮੰਡੀ ਵਾਲੇ ਕਿਸਾਨ ਕਹਿ ਰਹੇ ਸੀ ਕਿ ਜੀ ਹੁਣ ਹਾਲਾਤ ਇਹ ਨੇ ਕਿ ਸਾਡਾ ਅਗਲੇ ਹਫਤੇ ਸਾਨੂੰ ਆ ਜਿਹੜੀ ਮੇਨ ਰੋਡ ਵਿਹਲੀ ਪਈ ਹੈ, ਕਹਿੰਦੇ ਇੱਥੇ ਕਿਹੜਾ ਕੋਈ ਆਉਂਦਾ, ਕੋਈ ਸਾਨੂੰ ਮੇਨ ਰੋਡ ਤੇ ਆਪਣੀਆਂ ਜਿਹੜੀਆਂ ਕਣਕਾਂ ਜਿਹੜੀਆਂ ਉਹ ਲਾਉਣੀਆਂ ਪੈਣਗੀਆਂ। ਮਾਨ ਸਾਹਿਬ, ਮੈਂ ਤੁਹਾਡਾ ਸੁਝਾਅ ਨੋਟ ਕਰ ਲਿਆ। ਮੈਂ ਅੱਜ ਵਿਸ਼ਵਜੀਤ ਖੰਨਾ ਜੀ ਨਾਲ ਗੱਲ ਕਰਦਾ, ਆਪਣਾ ਨਵਨੀਤ ਲਿਵਿੰਗ। ਹਾਂ ਮਾਨ ਸਾਹਿਬ, ਗੱਲ ਕਿਸਾਨਾਂ ਦੀ ਹੋ ਰਹੀ ਹੈ ਲਗਾਤਾਰ, ਚूंकि ਸਾਰਿਆਂ ਨੇ, ਯਾਦਵਿੰਦਰ ਹੋਰਾਂ ਨੇ ਜਾਂ ਰਮਨ ਸੁੱਟੀ ਹੋਰਾਂ ਨੇ ਉਹ ਸਾਰੇ ਸਵਾਲ ਕੀਤੇ, ਔਰ ਤੁਸੀਂ ਵੀ ਲਗਾਤਾਰ 4 ਦਿਨਾਂ ਤੋਂ ਲਗਾਤਾਰ ਜਾ ਰਹੇ ਹੋ। ਕੱਲ ਜਿਹੜਾ ਇੱਕ ਵੱਡਾ ਮਸਲਾ ਆਇਆ ਫੰਡ ਨੂੰ ਲੈ ਕੇ ਜਾਂ ਫੰਡ ਤੇ ਸਿਆਸਤ ਜਿਹੜੀ ਹੋ ਰਹੀ ਹੈ ਉਸ ਨੂੰ ਲੈ ਕੇ, ਕੱਲ ਤੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਤੁਸੀਂ ਵੀ ਕਿਹਾ ਕਿ ਦੋਵਾਂ ਸਰਕਾਰਾਂ, ਸੈਂਟਰ ਦੀ ਵੀ ਔਰ ਪੰਜਾਬ ਦੀ ਵੀ, ਸਾਫ਼ ਕਰ ਦੇਣ ਕਿ ਕਿੰਨਾ ਆਇਆ, ਕਿੰਨਾ ਖਰਚ ਹੋਇਆ। ਕੱਲ ਦੀ ਉਸ ਚਰਚਾ ਤੋਂ ਬਾਅਦ ਮੈਂ ਕੁਝ ਪੇਪਰ ਦਿੱਲੀ ਤੋਂ ਮੰਗਾਏ ਜਿਨ੍ਹਾਂ ਦੇ ਵਿੱਚ 3 ਤਰੀਕ ਨੂੰ 3 ਅਪ੍ਰੈਲ ਨੂੰ 2 ਤਰੀਕੇ ਦੇ ਫੰਡ ਪੰਜਾਬ ਸਰਕਾਰ ਨੂੰ ਜਾਰੀ ਹੋਏ ਨੇ, ਜਿਹਦੇ ਚ ਇੱਕ ਹੈਗਾ ਜਿਹੜਾ ਕੰਪਨਸੇਸ਼ਨ GST ਨੂੰ ਲੈ ਕੇ ਮਿਲਦਾ ਸੂਬਾ ਸਰਕਾਰਾਂ ਨੂੰ ਸੈਂਟਰ ਵੱਲੋਂ, ਉਹ 638 ਕਰੋੜ ਰੁਪਏ 25 ਲੱਖ ਰੁਪਈਆ ਇਹ ਜਿਹੜਾ ਉਹ ਜਾਰੀ ਹੋਇਆ, ਉਹ ਬਣਦਾ ਹੱਕ ਹੈ, ਉਹ ਆਣਾ। ਔਰ ਉਸ ਨੂੰ ਵੀ ਹੁਣੇ ਕਿਹਾ ਜਾ ਰਿਹਾ ਕਿ ਜੀ ਇਹ ਫੰਡ ਸੈਂਟਰ ਤੋਂ ਆਇਆ। ਇੱਕ ਇਹਦੇ ਤੇ ਤੁਹਾਡਾ ਮੈਂ ਰਿਐਕਸ਼ਨ ਚਾਹੂੰਗਾ ਕਿ ਇਹ ਤੇ ਬਣਦਾ ਹੱਕ ਹੈ ਜੋ ਕੰਪਨਸੇਸ਼ਨ ਮਿਲਣਾ। ਦੂਜਾ ਜਿਹੜਾ ਡਿਜ਼ਾਸਟਰ ਰਿਸਪੌਂਸ ਵਾਲਾ ਫੰਡ ਹੈਗਾ, ਉਹ ਲਗਭਗ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਹ ਵੀ 3 ਅਪ੍ਰੈਲ ਨੂੰ ਰਿਲੀਜ਼ ਹੋਇਆ, 247 ਕਰੋੜ 50 ਲੱਖ।
ਐਸਾ ਜੋ ਸੈਂਟਰ ਦਾ ਹਿੱਸਾ, ਕਿਉਂਕਿ ਪਹਿਲਾਂ ਇਹ ਹਿੱਸਾ ਸੈਂਟਰ ਦਾ 90% ਹੁੰਦਾ ਸੀ, ਫਿਰ ਉਹ 75 ਰਹਿ ਗਿਆ, 25 ਹੁਣ ਸੂਬਾ ਸਰਕਾਰਾਂ ਪਾਉਂਦੀਆਂ। ਪਿਛਲੀ 10 ਸਾਲ ਦੀ ਸਰਕਾਰ ਵੱਲੋਂ ਕੱਲ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਹਿੰਦੇ ਕਿ ਲਗਭਗ 7,500 ਕਰੋੜ ਰੁਪਇਆ ਇਸ ਫੰਡ 'ਚ ਹੈਗਾ। ਹੁਣ ਇਹ ਸਰਕਾਰ ਦੱਸੇ ਕਿ ਕਿੱਥੇ ਖਰਚ ਕੀਤਾ, ਕਿਉਂਕਿ ਕਈ ਵਾਰੀ ਸਰਕਾਰਾਂ ਆਪਣੀ ਸਹੂਲਤਾਂ ਦੇ ਹਿਸਾਬ ਨਾਲ ਉਹਨੂੰ ਕਿਤੇ ਹੋਰ ਖਰਚ ਦੇਣੀਆਂ ਵਰਤ ਦਿੰਦੀਆਂ, ਸੋ ਉਹ ਸਪਸ਼ਟ ਹੋਣਾ ਚਾਹੀਦਾ। ਦੂਜਾ, ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੈਂਟਰ ਦੇ ਦੋਵੇਂ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਨੂੰ 3 ਮਹੀਨੇ ਦਾ ਰਾਸ਼ਨ ਦਾ ਇੰਤਜ਼ਾਮ ਕੇਂਦਰ ਸਰਕਾਰ ਨੇ ਕਰਕੇ ਦਿੱਤਾ। ਉਹ ਵੀ ਲਿਸਟ ਮੰਗਾਈ ਗਈ ਜਿਸ ਵਿੱਚ ਜੇ ਗੱਲ ਕਰੀਏ ਤਾਂ 70,725 ਮੀਟ੍ਰਿਕ ਟਨ ਜਿਹੜੀ ਕਣਕ ਹੈ, ਜੋ ਗੇਹੂੰ ਜਿਹਨੂੰ ਕਹਿੰਦੇ, ਉਹ ਇਸ ਮਹੀਨੇ ਲਈ ਅਲਾਟ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ, ਔਰ ਅੱਗੇ 3 ਮਹੀਨੇ ਦਾ ਜਿਹੜਾ ਟੀਚਾ ਰੱਖਿਆ ਗਿਆ ਉਹ 2,12,000 ਮੀਟ੍ਰਿਕ ਟਨ ਦਾ। ਸੋ ਇਹ ਸਾਰੇ ਤੱਥ, ਇਹ ਤਿੰਨੋਂ ਪੇਪਰ ਮੇਰੇ ਕੋਲ ਹੈਗੇ ਜੋ ਮੰਗਾਏ ਗਏ ਨੇ। ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਹੁਣ ਘੱਟੋ ਘੱਟ ਦੋਵਾਂ ਸਰਕਾਰਾਂ ਨੂੰ ਸਪਸ਼ਟ ਕਰਨਾ ਚਾਹੀਦਾ, ਸੈਂਟਰ ਦੇ ਮੰਤਰੀ ਵੀ ਬੈਠਣ ਤੇ ਪੰਜਾਬ ਦੇ ਮੰਤਰੀ ਬਹਿ ਕੇ ਦੱਸਣ ਕਿ ਆਖਿਰਕਾਰ ਕੀ ਕੁਛ ਆਇਆ ਤੇ ਕੀ ਖਰਚ ਕੀਤਾ ਗਿਆ। ਦੇਖੋ, ਜਿੱਥੋਂ ਤੱਕ GST ਦਾ ਸਵਾਲ ਹੈ, ਉਹ ਤਾਂ ਪੰਜਾਬ ਦਾ ਹੱਕ ਹੈ। ਪੰਜਾਬ ਨੇ ਪਹਿਲਾਂ ਉਸ ਫੰਡ ਦੇ ਵਿੱਚ, ਉਸ ਖਜ਼ਾਨੇ 'ਚ ਹਿੱਸਾ ਪਾਇਆ ਆਪਣੇ ਟੈਕਸ ਦਾ, ਉਹ ਵਾਪਸ ਆਉਣਾ ਸੁਭਾਵਿਕ ਹੈ। ਉਹ ਕੋਈ ਉਹਨੂੰ ਫੰਡ ਨਾ ਮੰਨਿਆ ਜਾਵੇ ਕਿ ਕੇਂਦਰ ਨੇ ਦੇਤਾ, ਉਹ ਤਾਂ ਹੱਕ ਹੈ ਜੀ। ਉਹ ਹਾਂ, ਜਿਹੜਾ ਤੁਸੀਂ ਡਿਜ਼ਾਸਟਰ ਵਾਲਾ ਕਹਿੰਦੇ ਹੋ 238 ਕਰੋੜ, ਤੇ ਉਹਦੇ ਬਾਰੇ ਫਿਰ ਕੈਪਟਨ ਸਾਹਿਬ ਦੱਸਣ ਕਿ ਆਇਆ ਸਾਡੇ ਕੋਲੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ, ਠੀਕ ਹੈ ਨਾ। ਤੇ ਫਿਰ ਇਹ ਕਿਉਂ ਕਹਿੰਦੇ ਨੇ ਕੈਪਟਨ ਸਾਹਿਬ ਕਿ ਮੇਰੇ ਕੋਲ ਤਾਂ ਆਇਆ ਹੀ ਨਹੀਂ। ਨਹੀਂ, ਹਾਂ ਚਲੋ 900 ਕਰੋੜ ਨਹੀਂ ਆਇਆ ਹੋਣਾ, 900 ਕਰੋੜ ਨਹੀਂ, ਮੈਂ ਉਹੀ ਮਾਨ ਸਾਹਿਬ, ਮੈਂ ਉਹੀ ਕਹਿ ਰਿਹਾ, ਮੈਂ ਇਹ ਜਿਹੜੀ ਪੰਜਾਬ ਦਾ ਹੈਗਾ ਨਾ, ਉਹ ਡਿਜ਼ਾਸਟਰ ਵਾਲੇ ਦੀ ਜੇ ਅਸੀਂ ਗੱਲ ਕਰੀਏ ਤਾਂ 247 ਕਰੋੜ 50 ਲੱਖ ਹੈ, ਉਹ ਕਲੀਅਰ ਉਹਦੇ ਚ ਲਿਖਿਆ ਜੋ ਸੈਂਟਰ ਦੇ ਪਾਸਿਓਂ ਆਪਣਾ ਹਿੱਸਾ ਪਾਇਆ ਜਾਂਦਾ। ਫਿਰ ਪਹਿਲੀ ਗੱਲ ਤਾਂ ਹਰਸਿਮਰਤ 900 ਕਰੋੜ ਕਹਿ ਰਹੀ ਹੈ ਤੇ ਕਾਗਜ਼ 247 ਕਰੋੜ ਕਹਿ ਰਹੇ ਨੇ, ਤੇ ਕੈਪਟਨ ਸਾਹਿਬ ਕੁਝ ਵੀ ਨਹੀਂ ਕਹਿ ਰਹੇ, 1 ਰੁਪਈਆ ਵੀ ਨਹੀਂ ਕਹਿ ਰਹੇ। ਕਿਤੇ ਨਾ ਕਿਤੇ ਇੱਥੇ ਘੱਟੋ ਘੱਟ ਇਸ ਮੌਕੇ ਤੇ ਲੋਕਾਂ ਦੇ ਜ਼ਖਮਾਂ ਤੇ ਨਮਕ ਨਹੀਂ ਛਿੜਕਣਾ ਚਾਹੀਦਾ ਕਿ ਲੋਕ ਕਹਿਣ ਯਾਰ ਅਸੀਂ ਤੁਹਾਨੂੰ ਪੁੱਛਦੇ ਪਤਾ ਨਹੀਂ ਕਿੰਨੀਆਂ ਸਦੀਆਂ ਲੰਘ ਗਈਆਂ ਵੀ ਕਿੱਥੋਂ ਆਇਆ ਪੈਸਾ, ਕਿੱਥੇ ਚਲਾ ਗਿਆ, ਕਿਹੜਾ ਫੰਡ ਕਿੱਧਰ ਗਿਆ, ਰੁਪਈਆ ਚੱਲਦਾ 10 ਪੈਸੇ ਪਹੁੰਚਦੇ ਨੇ, ਉਹ ਜਿਹੜੀਆਂ ਕਹਾਵਤਾਂ ਵੀ ਮਸ਼ਹੂਰ ਹੋਈਆਂ ਨੇ ਵੱਡੇ ਵੱਡੇ ਲੀਡਰਾਂ ਦੀਆਂ। ਸੋ ਇੱਕ ਤਾਂ ਇਹਦੇ ਬਾਰੇ ਬਿਲਕੁਲ ਕਲੀਅਰ ਕਰ ਦੇਣਾ ਚਾਹੀਦਾ ਹੈ ਗਵਰਨਮੈਂਟ ਨੂੰ ਕਿ ਕਿੰਨੇ ਪੈਸੇ ਸੈਂਟਰ ਵੱਲੋਂ ਆਏ ਨੇ ਤੇ ਕਿੰਨੇ ਹੋਰ ਚਾਹੀਦੇ ਨੇ। ਇਹਦੇ ਵਾਸਤੇ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਕਾਂਗਰਸ ਦੇ ਐਮਪੀ ਨਾਲ ਲੈ ਕੇ, ਠੀਕ ਹੈ ਜੀ, ਚਲੋ ਅਕਾਲੀ ਦਲ ਤਾਂ ਹਿੱਸਾ ਹੀ ਉਹਨਾਂ ਦਾ, ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਕੋਲ ਜਾਵਾਂਗੇ, ਨਿਰਮਲਾ ਸੀਤਾਰਮਨ ਜੀ ਕੋਲ, ਕਿ ਸਾਡੇ ਪੰਜਾਬ ਨੂੰ ਆਰਥਿਕ ਪੈਕੇਜ ਦਿਓ। ਜਿਸ ਵੇਲੇ ਪੂਰਾ ਦੇਸ਼ ਭੁੱਖਾ ਮਰਦਾ ਸੀ, ਹਰੀ ਕ੍ਰਾਂਤੀ ਰਹੀ, ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਭਰਿਆ। ਅੱਜ ਪੰਜਾਬ ਸੰਕਟ ਦੇ ਵਿੱਚ ਹੈ ਤਾਂ ਇਹ ਹੁਣ ਦੇਸ਼ ਦੀ ਵਾਰੀ ਹੈ ਕਿ ਪੰਜਾਬ ਦੀ ਬਾਹ ਫੜੇ, ਤਾਂ ਕਿ ਪੰਜਾਬ ਜਿਹੜਾ ਹੈ ਉਹ ਅਨਾਜ ਦੇ ਭੰਡਾਰ ਅੱਜ ਵੀ ਭਰਨ ਦੇ ਕਾਬਿਲ ਹੈ, ਤਾਂ ਕਿ ਇਹ ਜਿਹੜੀ ਛੋਟੀਆਂ ਮੋਟੀਆਂ ਗੱਲਾਂ ਕਿ ਕੈਪਟਨ ਸਾਹਿਬ ਦਾ ਆਪਦਾ ਕਹਿਣਾ ਹੈ ਕਿ 10 ਲੱਖ ਟੈਸਟ ਕਿੱਟ ਮੰਗੀ ਸੀ, ਸਾਡੇ ਕੋਲੇ ਹਜੇ 10,000 ਪਹੁੰਚੀ ਹੈ। 10 ਲੱਖ ਤੇ 10,000 ਤਾਂ ਬਹੁਤ ਵੱਡਾ ਫਰਕ ਹੈ। ਇਹਦਾ ਮਤਲਬ ਹਜੇ ਆਪਾਂ ਟੈਸਟ ਹੀ ਨਹੀਂ ਕਰ ਪਾ ਰਹੇ ਪ੍ਰੋਪਰ, ਤੇ ਜੇ ਟੈਸਟ ਹੁਣ ਹਰ ਰੋਜ਼ ਜਿਹੜੇ ਨੇ ਅੰਕੜੇ ਵੱਧ ਰਹੇ ਨੇ। ਸੋ ਇਹ ਕਹਿਣਾ ਲੋਕਡਾਊਨ ਇਜ਼ ਨਾਟ ਅ ਸੋਲੂਸ਼ਨ, ਲੋਕਡਾਊਨ ਇਹਦੀ ਕੋਈ ਦਵਾਈ ਨਹੀਂ ਹੈਗੀ। ਲੋਕਡਾਊਨ ਨਾਲ ਆਪਾਂ ਇਸ ਬਿਮਾਰੀ ਨੂੰ ਲੰਬਾ ਖਿੱਚ ਸਕਦੇ ਹਾਂ ਤਾਂ ਕਿ ਹਸਪੀਟਲਾਂ ਦੇ ਵਿੱਚ ਜਿਹੜਾ ਉਹ ਪ੍ਰਬੰਧ ਹੋ ਸਕੇ, ਪਰ ਹਜੇ ਤੱਕ ਸਾਡੇ ਕੋਲੇ ਪ੍ਰੋਪਰ ਵੈਂਟੀਲੇਟਰ ਹੈ ਨਹੀਂ, PPE ਕਿੱਟਾਂ ਹੈ ਨਹੀਂ, ਨਰਸਾਂ ਹੜਤਾਲਾਂ ਕਰੀ ਜਾਂਦੀਆਂ ਨੇ, ਜਿਹੜੇ ਹੈਲਥ ਵਰਕਰ ਨੇ ਉਹ ਤਾਂ ਇਸੇ ਗੱਲ ਤੇ ਵਿਚਾਰੇ ਜਿਹੜੇ ਨੇ ਕਦੋਂ ਦੇ ਨਾਰੇ ਲਾਈ ਜਾਂਦੇ। ਨਹੀਂ, ਮੈਂ ਇੱਕ ਹੋਰ ਮਾਨ ਸਾਹਿਬ, ਜਿਹੜੀ ਤੁਸੀਂ ਹੈਲਥ ਵਰਕਰ ਦੀ ਗੱਲ ਕਰ ਰਹੇ ਹੋ, 2 ਦਿਨ ਪਹਿਲਾਂ ਤੁਹਾਡੀ ਪਾਰਟੀ ਦੇ ਇੱਕ ਲੀਡਰ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਕਿ ਜੋ ਮੁਲਾਜ਼ਮਾਂ ਦੇ ਹੱਕ ਦੀ ਗੱਲ ਕੀਤੀ ਜਾਏ, ਉਹ ਸਟੈਂਡ ਜਿਹੜਾ ਕਲੀਅਰ ਕੀਤਾ ਜਾਏ ਕੈਪਟਨ ਸਾਹਿਬ ਦਾ, ਕਿ ਜੋ ਤਨਖਾਹਾਂ ਦੇਣ ਦੀ ਗੱਲ ਹੈ ਉਹ ਕੈਪਟਨ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਕਹਿੰਦੇ ਨੇ ਕਿ ਉਸ ਤੇ ਰੀਕਨਸੀਡਰ ਕਰੋ। ਉਸ ਦਿਨ ਇੱਕ ਵੱਡਾ ਮਸਲਾ ਉੱਠਿਆ, ਇੱਕ ਸਰਕਾਰ ਦੇ ਨੁਮਾਇੰਦੇ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕਿਹਾ ਕਿ ਵੀ 50 ਲੱਖ ਦਾ ਬੀਮਾ ਕਰਤਾ। ਉਹ ਸਵਾਲ ਉਹਨਾਂ ਤੋਂ ਬੜਾ ਸਿੱਧਾ ਸੀ ਕਿ ਕੀ ਜੇ ਰੱਬ ਨਾ ਕਰੇ ਕਿਸੇ ਦੀ ਮੌਤ ਹੋਏਗੀ ਤਾਂ ਹੀ ਉਹਨੂੰ ਪੈਸਾ ਮਿਲੇਗਾ, ਜਾਂ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਉਹਨਾਂ ਲਈ ਸਰਕਾਰ ਕਿਉਂ ਨਹੀਂ ਕੰਮ ਕਰਦੀ, ਜਾਂ ਉਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣ ਜੋ ਇਸ ਵੇਲੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਕਿ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਤੇ ਅੱਗੇ ਉਹ ਹੋਰ ਉਤਸ਼ਾਹਿਤ ਹੋ ਸਕਣ ਔਰ ਹੱਲਾਸ਼ੇਰੀ ਨਾਲ ਕੰਮ ਕਰ ਸਕਣ। ਮੈਂ ਬਿਲਕੁਲ ਨਵਨੀਤ, ਮੈਂ ਜਿਸ ਦਿਨ ਆਲ ਪਾਰਟੀ ਮੀਟਿੰਗ ਸੀ CM ਸਾਹਿਬ ਨਾਲ, ਉਸ ਵੇਲੇ ਮੈਂ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਹਰਿਆਣਾ ਨੇ ਡਬਲ ਤਨਖਾਹਾਂ ਕਰਤੀਆਂ, ਤੁਸੀਂ ਹੁਣੇ ਕੁਝ ਅਨਾਉਂਸ ਕਰੋ, ਭਾਵੇਂ ਉਹ ਡਾਕਟਰਸ ਨੇ, ਭਾਵੇਂ ਨਰਸਸ ਨੇ, ਭਾਵੇਂ ਹਸਪੀਟਲ ਦੇ ਸਫਾਈ ਕਰਮਚਾਰੀ ਨੇ, ਭਾਵੇਂ ਬਾਹਰ ਜਿਹੜੇ ਸਫਾਈ ਕਰਮਚਾਰੀ ਨੇ, ਭਾਵੇਂ ਐਂਬੂਲੈਂਸਸ ਦੇ ਡਰਾਈਵਰ ਨੇ, ਭਾਵੇਂ ਉਹ ਪੁਲਿਸ ਵਾਲੇ ਨੇ, ਜੋ ਵੀ ਕੰਮ ਕਰ ਰਹੇ ਨੇ, ਭਾਵੇਂ ਈਵਨ ਬਿਜਲੀ ਵਾਲੇ ਵੀ ਕੰਮ ਕਰ ਰਹੇ ਨੇ, ਹਰ ਰੋਜ਼ ਜਿਹੜਾ ਉਹ ਖੰਭਿਆਂ ਤੇ ਚੜ੍ਹ ਕੇ ਜਾਂ ਹਰ ਰੋਜ਼ ਬਿਜਲੀ ਦੀ ਸਪਲਾਈ ਨੂੰ ਔਨ ਆਫ ਕਰਨਾ। ਸੋ ਜਿੰਨੇ ਵੀ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਕੰਪਨਸੇਸ਼ਨ ਦੇਣਾ ਚਾਹੀਦਾ ਹੈ, ਨਾ ਕਿ ਬੀਮਾ। ਠੀਕ ਹੈ, ਬੀਮਾ ਕਰਤਾ, ਬੀਮਾ ਤਾਂ ਪ੍ਰਮਾਤਮਾ ਨਾ ਕਰੇ
ਕਿ ਕੋਈ ਇਦਾਂ ਦੀ ਘਟਨਾ ਹੁੰਦੀ ਹੈ, ਪਰ ਉਦੋਂ ਪਹਿਲਾਂ ਜੇ ਉਹ ਇੰਨੇ ਹੌਸਲੇ ਨਾਲ ਕੰਮ ਕਰ ਰਹੇ ਨੇ, ਉਹਨਾਂ ਦਾ ਹੌਸਲਾ ਵਧਾਉਣ ਲਈ ਭਾਵੇਂ ਉਹਨੂੰ ਲਾਗੂ ਇਸ ਲੋਕਡਾਊਨ ਤੋਂ ਜਾਂ ਇਸ ਬਿਮਾਰੀ ਤੇ ਕਾਬੂ ਪਾਉਣ ਤੋਂ ਬਾਅਦ ਕਰ ਲਿਓ, ਪਰ ਘੱਟੋ ਘੱਟ ਅਨਾਉਂਸਮੈਂਟ ਤਾਂ ਹੁਣੀ ਕਰੋ ਤਾਂ ਕਿ ਉਹਨਾਂ ਦਾ ਹੌਸਲਾ ਡਬਲ ਹੋ ਜੇ। ਹੈਲਥ ਵਰਕਰ ਤਾਂ ਸਿਰਫ ਪੱਕੇ ਹੋਣ ਦੀ ਡਿਮਾਂਡ ਕਰ ਰਹੇ ਨੇ। ਉਹ ਕਹਿੰਦੇ ਜੀ 10-12 ਸਾਲ ਤੋਂ 5-5000 ਰੁਪਏ ਦੀ ਤਨਖਾਹ ਤੇ ਕੰਮ ਕਰ ਰਹੇ ਆ, ਸਾਨੂੰ ਪੱਕੇ ਹੀ ਕਰ ਦਿਓ। ਸੋ ਇਸ ਕਰਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹ ਤੋਂ ਭੱਜਦੀ ਨਜ਼ਰ ਆ ਰਹੀ ਹੈ। ਹਾਂਜੀ ਦੇਖਾਂਗੇ ਜੀ, ਕਰਾਂਗੇ ਜੀ, ਸਿਫਾਰਿਸ਼ ਕਰਾਂਗੇ ਜੀ। ਸੋ ਮੇਰੇ ਖਿਆਲ 'ਚ ਇਹ ਹੱਲ ਨਹੀਂ ਹੈਗਾ। ਸੋ ਮੈਂ ਸਾਡੇ ਕੁਲਤਾਰ ਸੰਧਵਾਂ ਜੀ ਜਿਹੜੇ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਇੱਕ ਮੰਗ ਹੋਰ ਕੀਤੀ ਹੈ ਚਿੱਠੀ ਲਿਖ ਕੇ ਸੀਐਮ ਸਾਹਿਬ ਨੂੰ ਕਿ ਮੰਡੀ ਦੇ ਵਿੱਚ ਵੀ ਆਮ ਤੌਰ ਤੇ ਦੇਖੋ ਧੂਆਂ ਕਰਦਾ ਹੁੰਦਾ, ਉੱਥੇ ਖੰਘ ਹੋ ਜਾਂਦੀ ਹੈ, ਜੇ ਉਹ ਖੰਘ ਵੀ ਇੱਕ ਸਿੰਪਟਮ 'ਚ ਮੰਨਿਆ ਜਾਂਦਾ, ਮੰਡੀ ਕਲੀਨਿਕ ਵੀ ਖੋਲੇ ਜਾਣ, ਇੱਕ ਡਾਕਟਰ ਉੱਥੇ ਬੈਠੇ ਤਾਂ ਕਿ ਉਹਦੀ ਉਸੇ ਵੇਲੇ ਜਾਂਚ ਹੋ ਸਕੇ। ਮੰਡੀ ਕਲੀਨਿਕ ਦੀ ਵੀ ਮੰਗ ਕੀਤੀ ਹੈ, ਹਰ ਮੰਡੀ ਦੇ ਵਿੱਚ ਇੱਕ ਡਾਕਟਰ ਬੈਠੇ, ਉਹਦੇ ਕੋਲੇ ਫਸਟ ਏਡ ਦਾ ਜਾਂ ਕੋਈ ਖੰਘ ਦੀ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਦਵਾਈ ਹੈ ਉਹ ਹੋਵੇ ਤਾਂ ਕਿ ਇਮੀਡੀਏਟਲੀ ਉਹਨੂੰ ਚੈੱਕ ਕਰਕੇ ਉਹਨੂੰ ਜੇ ਕੋਈ ਸਿੰਪਟਮਸ ਲੱਗਦੇ ਨੇ ਤਾਂ ਇਮੀਡੀਏਟਲੀ ਉਹਨੂੰ ਜਿਹੜਾ ਉਹਦੀ ਦੂਰੀ ਬਣਾਈ ਜਾਵੇ ਦੂਜੇ ਮਜ਼ਦੂਰਾਂ ਨਾਲੋਂ। ਇੱਕ ਵਾਰੀ ਦੁਬਾਰਾ ਸਵਾਲ ਤੋਂ ਪਹਿਲਾਂ ਮੈਂ ਬਲਤੇਜ ਪੰਨੂ ਜੀ ਲਾਸਟ ਨੇ, ਫਿਰ ਆਪਣੇ ਇੱਕ ਦੌਰ ਕੰਪਲੀਟ ਹੋ ਜਾਊਗਾ। ਬਲਤੇਜ ਪੰਨੂ ਜੀ ਪੰਨੂ ਸਾਹਿਬ। ਜਿਹੜੀ ਉਠਾਈ ਸੀ ਕਿ ਚਿੱਠੀਆਂ ਯਾਦਵਿੰਦਰ ਹੋਰਾਂ ਨੇ ਕਿ ਜਿਹੜੀਆਂ ਚਿੱਠੀਆਂ ਨੇ ਉਹਦੇ ਨਾਲ ਬਣਦਾ ਕੁਝ ਨਹੀਂਗਾ, ਉਹ ਮਹਿਜ਼ ਜਿਹੜੀਆਂ ਲਿਖੀਆਂ ਜਾ ਰਹੀਆਂ ਨੇ ਫਾਰਮੈਲਿਟੀ ਲਈ। ਹਾਂ ਇੰਨਾ ਜ਼ਰੂਰ ਹੈ ਕਿ ਕੀ ਇਸ ਤਰ੍ਹਾਂ ਦੀ ਕੋਸ਼ਿਸ਼ ਤੁਸੀਂ ਚਾਹੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ, ਚਲੋ 2 ਤਾਂ ਤੁਸੀਂ ਕਹਿਤਾ ਵੀ ਉਹ ਸਰਕਾਰ ਦਾ ਹਿੱਸਾ ਨੇ, ਨਹੀਂ ਆਉਣਗੇ, 9 ਕਾਂਗਰਸ ਦੇ ਹੈਗੇ ਆ, 10ਵੇਂ ਤੁਸੀਂ ਹੋ, ਜੇ ਉਹਨਾਂ ਨੂੰ ਨਾਲ ਲੈ ਕੇ ਇਹ ਗੱਲ ਸੈਂਟਰ ਸਰਕਾਰ ਤੱਕ ਤੁਸੀਂ ਪਹੁੰਚਾਉਂਦੇ ਹੋ, ਕਿਉਂਕਿ ਪਹਿਲਾਂ ਇਗਨੋਰ ਹੋਈ 2 ਚਿੱਠੀਆਂ ਜਿਹੜੀਆਂ ਤੁਸੀਂ ਕਿਹਾ ਕਿ ਚੀਫ ਸੈਕਟਰੀ ਨੇ ਲਿਖੀਆਂ ਨੇ, ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਲਿਖੀਆਂ, ਜਿਨ ਵੀ ਲਿਖੀਆਂ ਸਰਕਾਰ ਨੇ ਲਿਖੀਆਂ, ਉਹਦਾ ਕੋਈ ਅਸਰ ਨਹੀਂ ਹੋਇਆ। ਕੇਂਦਰ ਦੀ ਸਰਕਾਰ ਨੇ ਉਹਦੇ ਉੱਤੇ ਹਾਂ ਹੂੰ ਦਾ ਹੰਗਾਰਾ ਵੀ ਨਹੀਂ ਦਿੱਤਾ। ਉਹਨਾਂ ਨੂੰ ਪਤਾ ਹੰਗਾਰਾ ਦਿੱਤਾ ਤੇ ਉਹ ਜਿਹੜਾ ਬੋਨਸ ਫਿਰ ਉਹ ਦੇਣ ਦੀ ਗੱਲ ਜਿਹੜੀ ਅੱਗੇ ਤੁਰ ਪੈਣੀ ਹੈ। ਇਸ ਕਰਕੇ ਇਹ ਪੋਸੀਬਲ ਨਹੀਂ ਹੋ ਸਕਦਾ ਕਿ ਜੇ ਸਟਰੋਂਗਲੀ ਇਹ ਆਵਾਜ਼ ਉਠਾਉਣੀ ਹੈ ਤੇ ਤੁਸੀਂ ਕਮ ਸੇ ਕਮ 9 ਜਿਹੜੇ ਆ ਕਾਂਗਰਸ ਵਾਲੇ ਉਹਨਾਂ ਨੂੰ ਨਾਲ ਕਰੋ। ਜੇ ਕੋਈ ਨਾ ਕਰਦਾ ਉਹਨਾਂ ਤੋਂ ਤੇ ਉਹ ਤੁਸੀਂ ਪੱਤਰਕਾਰ ਸਾਰੇ ਭਾਈਚਾਰਾ ਬੈਠਾ ਜੀ, ਉਹਨਾਂ ਨੂੰ ਦੱਸੋ ਵੀ ਕਿਹਨੇ ਨਾ ਕੀਤੀ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਤੁਹਾਡਾ ਸਾਥ ਦੇਣ ਦੇ ਵਾਸਤੇ ਜਿਹੜਾ ਉਹ ਤਿਆਰ ਰਹੀਏ। ਔਰ ਸੈਕੰਡ, ਅਜੇ ਵੀ ਜਿਹੜੇ ਵੱਡੇ ਹਸਪੀਟਲ ਨੇ ਬਹੁਤ ਵੱਡੇ, ਮੈਂ ਪਰਸੋਂ ਚੌਥੀ ਇਹ ਉਠਾਇਆ ਸੀ ਕਿ ਪਿੰਮਸ ਇੱਕ ਬਹੁਤ ਵਧੀਆ ਹੋ ਸਕਦਾ ਸੀਗਾ ਜਲੰਧਰ ਦੇ ਵਿੱਚ। ਜਲੰਧਰ ਵੀ ਇਸ ਵੇਲੇ ਹੌਟ ਸਪੌਟ ਦੇ ਵਿੱਚ ਹੈ, ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਹੋਇਆ। ਪਹਿਲਾਂ ਅਕਾਲੀ ਆਗੂ ਨੂੰ ਦਿੱਤਾ ਸੀ, ਅੱਜ ਕੱਲ੍ਹ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ। ਜਿਹੜੇ ਵੱਡੇ ਪ੍ਰਾਈਵੇਟ ਹਸਪੀਟਲ ਨੇ, ਕਿ ਤੁਸੀਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਮਿਲ ਕੇ ਸਾਰੇ ਇੰਨੀ ਗੱਲ ਨਹੀਂ ਉਠਾ ਸਕਦੇ ਕਿ ਉਹਨਾਂ ਪ੍ਰਾਈਵੇਟ ਹਸਪੀਟਲਾਂ ਨੂੰ ਸਰਕਾਰ ਆਪਣੇ ਹੱਥਾਂ ਦੇ ਵਿੱਚ ਲਵੇ ਤੁਰੰਤ? ਦੇਖੋ ਪੰਨੂ ਸਾਹਿਬ, ਜਿੱਥੋਂ ਤੱਕ ਗੱਲ ਹੈਗੀ ਹੈ ਵੀ ਇਕੱਠੇ ਹੋ ਕੇ ਉੱਥੇ ਜਾਣ ਦੀ, ਆਲ ਪਾਰਟੀ ਮੀਟਿੰਗ 'ਚ ਵੀ ਇਹ ਗੱਲ ਹੋਈ ਸੀ। ਯਾਦਵਿੰਦਰ ਹੋਰਾਂ ਨਾਲ ਮੈਂ 2 ਦਿਨ ਪਹਿਲਾਂ ਗੁਰਜੀਤ ਔਜਲਾ ਤੇ ਡਾਕਟਰ ਦਿਲਜੀਤ ਚੀਮਾ ਜੀ ਨਾਲ ਮੈਂ ਜਿਹੜਾ ਡਿਬੇਟ ਦੇ ਵਿੱਚ ਸੀਗਾ, ਤੇ ਉਦੋਂ ਵੀ ਮੈਂ ਔਜਲਾ ਸਾਹਿਬ ਨਾਲ ਗੱਲ ਕਹੀ ਸੀ ਕਿ ਆਪਾਂ ਮਿਲ ਕੇ ਜਾਂਦੇ ਆ, ਮੈਂ ਚੀਮਾ ਸਾਹਿਬ ਤੁਹਾਨੂੰ ਵੀ ਨਾਲ ਲੈ ਜਾਂਦੇ ਆ, ਤੁਸੀਂ ਸਰਕਾਰ ਦਾ ਹਿੱਸਾ ਹੋ ਤਾਂ ਕਿਰਪਾ। ਉਦੋਂ ਜਿਹੜੀ ਗੱਲ ਦਾ ਉਹਨਾਂ ਨੂੰ ਜਵਾਬ ਨਹੀਂ ਆਉਂਦਾ ਨਾ, ਉਹ ਉਦੋਂ ਕਹਿਣ ਲੱਗ ਜਾਂਦੇ ਦੇਖੋ ਆਪਾਂ ਰਾਜਨੀਤੀ ਵੱਲ ਨੂੰ ਜਾ ਰਹੇ ਹਾਂ, ਰਾਜਨੀਤੀ ਨਾ ਕਰੀਏ। ਮਤਲਬ ਆਪਦਾ ਹੱਕ ਮੰਗਣਾ ਰਾਜਨੀਤੀ ਹੈ? ਪਤਾ ਨਹੀਂ ਹੁਣ ਰਾਜਨੀਤੀ ਚਾਹਤਾ, ਪਰ ਨਾਲੇ ਕਹਿੰਦੇ ਜੀ ਰਾਜਨੀਤੀ ਚ ਆਓ, ਵੱਧ ਤੋਂ ਵੱਧ ਰਾਜਨੀਤੀ ਹਿੱਸਾ ਲਓ, ਜਦੋਂ ਆ ਜਾਂਦੇ ਵਿੱਚ ਕਹਿੰਦੇ ਹੁਣ ਤੁਸੀਂ ਰਾਜਨੀਤੀ ਕਰ ਰਹੇ ਹੋ। ਸੋ ਜੇ ਆਪਦੇ ਹੱਕ ਮੰਗਣ ਨੂੰ ਰਾਜਨੀਤੀ ਕਹਿੰਦੇ ਫਿਰ ਕਰਾਂਗੇ ਅਸੀਂ। ਮੈਂ ਗੁਰਜੀਤ ਔਜਲੇ ਨਾਲ ਬਾਅਦ ਚ ਆਫ ਦੀ ਰੈਕਰਡ ਗੱਲ ਕੀਤੀ ਸੀ ਕਿ ਲੀਡਰ ਬਣਾ ਲੈਂਦੇ ਆ, ਭਾਵੇਂ ਜਿਹੜੇ ਵੀ ਤੁਹਾਡੇ ਇੱਕੋ ਲੀਡਰ ਦੇ ਨਾਂ ਤੇ ਬਣਾ ਲਓ। ਜਿਵੇਂ ਜਦੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਰਾਜਗੁਰੂ ਸੁਖਦੇਵ ਹੋਰਾਂ ਨੂੰ ਦਵਾਉਣੀ ਸੀ, ਲੈਟਰ ਮੈਂ ਲਿਖਿਆ ਸੀ ਤੇ ਸਾਈਨ ਸਾਰਿਆਂ ਦੇ ਮੈਂ ਕਰਵਾ ਲਏ ਸੀ ਤੇ ਹੋ ਗਿਆ ਸੀ। ਜੇ ਇਨੀਸ਼ੀਏਟਿਵ ਲੈਣਾ ਚਾਹੁੰਦੀ ਹੈ ਸਰਕਾਰ, ਮੈਂ ਤਾਂ ਕਹਿੰਦਾ ਕੋਈ ਕਾਂਗਰਸ ਦਾ ਐਮਪੀ, ਸੀਨੀਅਰ ਐਮਪੀ ਜਿਹੜਾ ਉਹ ਲਿਖੇ ਲੈਟਰ, ਮੈਂ ਸਾਈਨ ਕਰੂੰਗਾ ਤੇ ਜੇ ਨਾਲ ਜਾਣਾ ਪਿਆ ਮੈਂ ਨਾਲ ਜਾਊਂਗਾ ਤੇ ਇਹ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ। ਮੈਂ ਤਾਂ ਇਹਦੇ ਹੱਕ 'ਚ ਹਾਂ। ਤੇ ਨੰਬਰ 2 ਤੇ ਪ੍ਰਾਈਵੇਟ ਹਸਪੀਟਲਾਂ ਵਾਲਾ ਜਿਹੜਾ, ਮੈਂ ਸਟ੍ਰਿਕਟਲੀ ਉਦੋਂ ਵੀ ਕਿਹਾ ਸੀ ਜਿਹੜਾ ਆਪਣਾ ਸੀਐਮ ਸਾਹਿਬ ਨੂੰ, ਉਸ ਦਿਨ ਜਦੋਂ ਆਲ ਪਾਰਟੀ ਮੀਟਿੰਗ ਸੀ ਉਹਦੇ ਵਿੱਚ ਵੀ ਮੈਂ ਕਿਹਾ ਸੀ ਕਿ ਸਰ ਓਪੀਡੀ ਬੰਦ ਪਏ ਆ, 90% ਓਪੀਡੀ ਬੰਦ ਪਏ ਆ, ਕਿਉਂ ਨਹੀਂ ਤੁਸੀਂ ਉਹਨਾਂ ਨੂੰ, ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਹਿਤਾ ਕਿ ਮੈਂ ਟੇਕ ਓਵਰ ਕਰ ਲੂੰਗਾ, ਉਹਨਾਂ ਨੇ ਡਾਕਟਰਾਂ ਦੇ ਰਹਿਣ ਵਾਸਤੇ 5 ਸਟਾਰ ਹੋਟਲ ਵੀ ਜਿਹੜੇ ਨੇ ਉਹ ਟੇਕ ਓਵਰ ਕਰ ਲਏ ਦਿੱਲੀ ਦੇ, ਤਾਂ ਕਿ ਉਹਨਾਂ ਨੂੰ ਰਹਿਣ ਦੀ ਵਧੀਆ ਪ੍ਰਬੰਧ ਹੋ ਸਕੇ। ਸੋ ਇਸ ਕਰਕੇ ਇੱਕ ਸਿਰਫ ਤੇ ਸਿਰਫ ਵੈਬ ਕਾਨਫਰੰਸ ਕਰਕੇ ਅਫਸਰਾਂ ਤੋਂ ਰਿਪੋਰਟਾਂ ਲੈਣ ਨਾਲ ਕੰਮ ਨਹੀਂ ਬਣਨਾ। ਤੁਹਾਨੂੰ ਇਹਨਾਂ ਨੂੰ ਗਰਾਊਂਡ ਤੇ ਜਿਹੜਾ ਹੈ, ਅੱਛਾ ਜੇ ਗਰਾਊਂਡ ਤੇ ਜਾਂਦੇ ਨੇ ਤਾਂ ਕਾਫਲੇ ਲੈ ਕੇ ਜਾਂਦੇ ਨੇ,
ਮੰਡੀਆਂ ਦਾ ਉਦਘਾਟਨ ਕਰਦੇ ਫਿਰਦੇ ਆ, ਰੀਬਨ ਕੱਟਦੇ ਫਿਰਦੇ ਆ। ਉਹ ਲੋਕ ਆਪਦੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਵੀ ਰੋਕੀ ਬੈਠੇ ਆ ਕਿ ਚਲੋ ਜਦੋਂ ਲਾਕਡਾਊਨ ਖੁੱਲ ਗਿਆ ਉਦੋਂ ਅਸੀਂ ਜਲ ਪ੍ਰਵਾਹ ਕਰਾਵਾਂਗੇ। ਤੇ ਕਾਨੂੰਨ ਲੋਕਾਂ ਲਈ ਹੋਰ ਤੇ ਮੰਤਰੀਆਂ ਲਈ ਹੋਰ, ਇਸ ਤਰ੍ਹਾਂ ਨਹੀਂ ਚੱਲੂਗਾ ਅੱਜ ਕੱਲ ਦੇ, ਖਾਸ ਤੌਰ ਤੇ ਅੱਜ ਕੱਲ ਦੇ ਸੂਚਨਾਵਾਂ ਦੇ ਜ਼ਮਾਨੇ 'ਚ। ਸੋ ਮੈਂ ਇਸ ਗੱਲ ਦੀ ਬਿਲਕੁਲ ਮੰਗ ਪਹਿਲਾਂ ਵੀ ਕੀਤੀ ਸੀ, ਹੁਣ ਵੀ ਕਰਦਾ ਜ਼ੋਰਦਾਰ ਤਰੀਕੇ ਨਾਲ ਕਿ ਪ੍ਰਾਈਵੇਟ ਹਸਪੀਟਲ ਵਾਲਿਆਂ ਨੂੰ ਜਿਹੜਾ ਉਹ ਉਹਨਾਂ ਨੂੰ ਕਿਹਾ ਜਾਵੇ। ਹਾਲਾਂਕਿ ਮੁੱਖ ਮੰਤਰੀ ਸਾਹਿਬ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਸਟ੍ਰਿਕਟਲੀ ਉਹਨਾਂ ਨੂੰ ਕਿਹਾ ਕਿ OPD ਓਪਨ ਕਰੋ, ਕਿਉਂਕਿ 914 ਵੈਂਟੀਲੇਟਰ ਕੱਲੇ ਉਹਨਾਂ ਕੋਲੇ ਨੇ ਜੀ। ਉਸ ਦਿਨ ਉਹਨਾਂ ਨੇ ਸਾਨੂੰ ਹੈਲਥ ਸੈਕਟਰੀ ਨੇ ਦੱਸਿਆ ਜਿਸ ਦਿਨ ਆਲ ਪਾਰਟੀ ਮੀਟਿੰਗ ਸੀ, ਤੇ ਆਪਣੇ ਕੋਲੇ 40 ਨੇ ਸਿਰਫ ਸਰਕਾਰੀ। ਸੋ 1000 ਵੈਂਟੀਲੇਟਰ, ਤੇ ਹੁਣ ਵੈਂਟੀਲੇਟਰਾਂ ਨਾਲ ਆਕਸੀਜਨ ਸਿਲੰਡਰਾਂ ਦੀ ਜ਼ਿਆਦਾ ਲੋੜ ਪਊਗੀ। 350 ਰੁਪਏ ਦਾ ਇੱਕ ਆਕਸੀਜਨ ਸਿਲੰਡਰ ਆਉਂਦਾ। ਸੋ ਅਸੀਂ ਤਾਂ ਆਕਸੀਜਨ ਸਿਲੰਡਰਾਂ ਵੱਲ ਵੀ ਤੁਰੇ ਹੋਏ ਹਾਂ, ਆਪਣਾ ਸੰਗਰੂਰ ਦਾ ਤੇ ਬਰਨਾਲੇ ਦਾ ਪ੍ਰਸ਼ਾਸਨ ਲੈ ਕੇ। ਤੇ ਮੈਂ ਇਹੀ ਗੱਲ ਕਹੂੰਗਾ ਕਿ ਤੁਹਾਡੀਆਂ ਮੰਗਾਂ ਸਾਰੀਆਂ ਜਾਇਜ਼ ਨੇ, ਤੇ ਮੈਂ ਵੀ ਕੋਈ ਸਰਕਾਰ ਦੀ ਆਲੋਚਨਾ ਕਰਨ ਵਾਸਤੇ ਮੈਂ ਤੁਹਾਡੇ ਨਾਲ ਨਹੀਂ ਬੈਠਾ। ਮੈਂ ਕਹਿੰਦਾ ਜੇ ਸੁਝਾਅ ਤੁਹਾਡੇ ਵੱਲੋਂ ਵੀ ਚੰਗੇ ਆ ਸਕਦੇ ਨੇ, ਅਕਸਰ ਤੁਸੀਂ ਮੇਰੀ ਵਾਲੀ ਥਾਂ ਤੇ ਹੁੰਦੇ ਹੋ, ਮੈਂ ਤੁਹਾਡੀ ਵਾਲੀ ਥਾਂ ਤੇ ਹੁੰਨਾ, ਪਰ ਤੁਹਾਡੇ ਜਿਹੜੇ ਸੁਝਾਅ ਨੇ ਉਹ ਮੈਂ ਸਾਰੇ ਨੋਟ ਕਰ ਰਿਹਾ। ਤੇ ਮੈਂ ਜਿੱਥੇ ਵੀ ਮੈਨੂੰ ਗੱਲ ਕਰਨੀ ਪਈ, ਜਿਵੇਂ ਯਾਦਵਿੰਦਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਜਾ ਸਕੇ, ਇੱਕ ਐਗਜ਼ਾਮਪਲ ਸੈੱਟ ਕੀਤੀ ਜਾ ਸਕਦੀ ਹੈ, ਜਾਂ ਜਿਸ ਤਰ੍ਹਾਂ ਨਵਨੀਤ ਹੋਰਾਂ ਨੇ ਕਿਹਾ ਕਿ ਉਹ ਜਿਹੜਾ 247 ਕਰੋੜ ਹੈ ਉਹਦਾ ਹਿਸਾਬ ਕਿੱਥੇ ਹੈ, ਜਿਸ ਤਰ੍ਹਾਂ ਆਪਣਾ ਸੁਮਿਤ ਹੋਰਾਂ ਨੇ ਕਿਹਾ। ਤੇ ਹੁਣ ਇੱਕ ਰਮਨ ਸੋਢੀ ਜੀ ਦੂਜੇ ਦੌਰ 'ਚ। ਰਮਨ ਜੀ, ਮਾਨ ਸਾਹਿਬ ਜੀ, ਵਿਨੀਤ ਮਾਨ ਸਾਹਿਬ ਸੁਣ ਪਾ ਰਹੇ ਹੋ? ਹਾਂ, ਇਸ ਤੋਂ ਬਾਅਦ ਮਾਨ ਸਾਹਿਬ ਸੁਣ ਪਾ ਰਹੇ ਹੋ? ਸੁਮਿਤ, ਇਸ ਤੋਂ ਬਾਅਦ ਤੁਸੀਂ ਹੁਣ ਰਮਨ। ਹਾਂਜੀ ਮਾਨ ਸਾਹਿਬ ਸੁਣ ਪਾ ਰਹੇ ਹੋ? ਹਾਂਜੀ ਹਾਂਜੀ ਮਾਨ ਸਾਹਿਬ, ਇੱਕ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਜਿਹੜਾ ਆਲਰੇਡੀ ਚੱਲ ਰਿਹਾ ਸੀਗਾ, ਪਰ ਹੁਣ ਜਿਹੜਾ ਪੈਸਾ ਵੱਡੇ ਵੱਡੇ ਫਿਲਮੀ ਸਿਤਾਰਿਆਂ ਨੇ ਜਾਂ ਖਿਡਾਰੀਆਂ ਨੇ ਦਿੱਤਾ, ਉਹਨੂੰ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚ ਸ਼ਾਮਿਲ ਕੀਤਾ ਗਿਆ ਹੈ। ਇਹ ਫਰਕ ਕਿਉਂ ਹੈ? ਪ੍ਰਾਈਮ ਮਿਨਿਸਟਰ ਰਿਲੀਫ ਫੰਡ 'ਚ ਪੈਸਾ ਕਿਉਂ ਨਹੀਂ ਲਿਆ ਗਿਆ? ਤੇ ਤੂਫਾਨ ਕਾਰਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਦੇਖੋ ਰਮਨ, ਬਹੁਤ ਵੱਡਾ ਸਵਾਲ ਹੈ ਇਹ, ਕਿਉਂਕਿ ਜਿਹੜਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ ਉਹ RTI ਦੇ ਅੰਡਰ ਵੀ ਆਉਂਦਾ ਹੈ, ਤੇ ਉਹਦੇ ਬਾਰੇ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਕੁਐਸਚਨ ਕਰ ਸਕਦੇ ਹਾਂ ਕਿ ਜੀ ਪ੍ਰਾਈਮ ਮਿਨਿਸਟਰ ਰਿਲੀਫ 'ਚ ਕਿੰਨਾ ਪੈਸਾ ਆਇਆ ਤੇ ਕਿੰਨਾ ਗਿਆ, ਇਹ ਸਾਨੂੰ ਜਨਤਕ ਕੀਤਾ ਜਾਵੇ ਜਾਂ ਸਦਨ ਦੇ ਟੇਬਲ ਤੇ ਰੱਖਿਆ ਜਾਵੇ। ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਬਣਿਆ ਇਹ RTI ਦੇ ਅੰਡਰ ਵੀ ਨਹੀਂ ਆਉਂਦਾ ਤੇ ਪਾਰਲੀਮੈਂਟ ਸ਼ਕਤੀਆਂ ਦੇ ਅੰਡਰ ਵੀ ਨਹੀਂ ਆਉਂਦਾ। ਇਹਦੇ ਵਿੱਚ ਕਿੰਨਾ ਪੈਸਾ ਆਇਆ ਇਹ ਤਾਂ ਪਤਾ ਲੱਗ ਜੂ, ਕਿੱਧਰ ਗਿਆ ਤੇ ਕਿੰਨਾ ਗਿਆ ਇਹ ਨਹੀਂ ਪਤਾ ਲੱਗ ਸਕਦਾ। ਸੋ ਅਸੀਂ ਮੈਂ ਇਹ ਵੀ ਮੰਗ ਕੀਤੀ, ਜਦੋਂ ਸੁਝਾਅ ਮੰਗੇ ਸੀ ਇਹਨਾਂ ਨੇ ਸਾਰੀਆਂ ਪਾਰਟੀਆਂ ਤੋਂ, ਮੇਰਾ ਵੀ ਇਹ ਇੱਕ ਸੁਝਾਅ ਸੀ ਕਿ ਪ੍ਰਾਈਮ ਮਿਨਿਸਟਰ ਕੇਅਰ ਫੰਡ ਜਦੋਂ ਆਲਰੇਡੀ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈਗਾ ਤਾਂ ਤੁਸੀਂ ਨਵਾਂ ਫੰਡ ਕਿਉਂ ਬਣਾ ਰਹੇ ਹੋ? ਸਾਰੇ ਪੈਸੇ ਕਹਿੰਦੇ ਉਹ 'ਚ ਪਾਓ। ਸੋ ਕਿਤੇ ਨਾ ਕਿਤੇ ਐਸ ਸੰਕਟ ਦੇ ਮੌਕੇ 'ਚ ਵੀ ਥੋੜੀ ਜੀ ਸਾਨੂੰ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਆ ਰਹੀ ਹੈ ਕਨਸੋ ਕਿ ਇੱਕ ਹੋਰ ਅਕਾਊਂਟ ਨਵਾਂ ਬਣਾਉਣ ਦੀ ਬਜਾਏ, ਜਾਂ ਫਿਰ ਉਹਨੂੰ ਐ ਕਰੋ ਜਿੰਨਾ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚ ਪੈਸਾ ਆਇਆ ਉਹ ਸਾਰਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ 'ਚ ਟ੍ਰਾਂਸਫਰ ਕਰੋ। ਇਹ ਸਿਰਫ ਤੇ ਸਿਰਫ RTI ਤੋਂ ਜਾਂ ਫਿਰ ਪਾਰਦਰਸ਼ਤਾ ਤੋਂ ਬਚਣ ਵਾਸਤੇ ਮੈਂ ਸਿੱਧਾ ਇਹ ਗੱਲ ਕਹਿ ਰਿਹਾ ਤੁਹਾਨੂੰ। ਜੀ ਧੰਨਵਾਦ ਜੀ ਸੁਮਿਤ। ਮਾਨ ਸਾਹਿਬ, ਵਿਨੀਤ ANB ਨਿਊਜ਼ ਤੋਂ। ਜੀ ਵਿਨੀਤ। ਮਾਨ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਸਿਚੁਏਸ਼ਨ ਜਿਹੜੀ ਹੈ, ਇਹ ਜਿਹੜੀ ਇੰਡਸਟਰੀ ਹੈ ਆਪਣੀ ਰਿਵਾਈਵ ਹੋ ਪਾਏਗੀ? ਕਿਉਂਕਿ ਸਰਕਾਰ ਖੁਦ ਕਹਿ ਰਹੀ ਹੈ ਕਿ ਸਾਨੂੰ ਇਸ ਫਾਈਨੈਂਸ਼ੀਅਲ ਈਅਰ 'ਚ 22,000 ਕਰੋੜ ਦਾ ਨੁਕਸਾਨ ਹੋਏਗਾ। ਇੱਕ ਛੋਟੇ ਇੰਡਸਟਰੀਲਿਸਟ ਦੀ ਜੇਕਰ ਗੱਲ ਕਰੀਏ, ਉਹ ਕਹਿੰਦਾ ਜਿਹਦੀ 100 ਕਰੋੜ ਦੀ ਟਰਨਓਵਰ ਹੈ ਉਹਨੂੰ ਹਰ ਮਹੀਨੇ 30 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਿਹੜੀ ਇੰਡਸਟਰੀ ਸਾਡੀ ਪਹਿਲਾਂ ਹੀ ਲਾਸ ਦੇ ਵਿੱਚ ਜਾ ਰਹੀ ਹੈ, ਘਾਟੇ ਦੇ ਵਿੱਚ ਜਾ ਰਹੀ ਹੈ, ਪਹਿਲਾਂ ਹੀ ਇੱਥੇ ਵਪਾਰ ਨਹੀਂ ਹੈ, ਤੇ ਇੰਡਸਟਰੀ ਰਿਵਾਈਵ ਹੋ ਪਾਏਗੀ। ਦੂਜੇ ਪਾਸੇ ਇਸ ਦਿਸ਼ਾ ਦੇ ਵਿੱਚ ਸੰਜੀਦਗੀ ਨਾਲ ਵਿਚਾਰ ਕਰਨ ਦੀ ਬਜਾਏ ਜਿਹੜਾ ਸਰਕਾਰ ਹੈ ਸਾਡੀ, ਉਹ ਇੱਕ ਜੈਘੋਸ਼ ਦਿਵਸ ਮਨਾਉਣ ਜਾ ਰਹੀ ਹੈ, ਜਿਹਦੇ ਵਿੱਚ ਕਹਿ ਰਹੀ ਹੈ ਕਿ ਆਪਾਂ ਜੈਘੋਸ਼ ਕਰਾਂਗੇ, ਜਿੱਦਾਂ ਪਹਿਲਾਂ ਥਾਲੀਆਂ ਵੱਜੀਆਂ ਸੀ ਇੱਥੇ ਜੈਘੋਸ਼ ਹੋਣਗੇ। ਦੇਖੋ ਪਤਾ ਕੀ ਹੈ ਜੀ, ਇੰਡਸਟਰੀ ਜਿਹੜੀ ਹੈ, ਜੇ COVID-19 ਨਾ ਵੀ ਆਉਂਦਾ, ਪੰਜਾਬ ਦੀ ਇੰਡਸਟਰੀ ਬਾਰੇ ਤਾਂ ਇਹ ਸਵਾਲ ਪਹਿਲਾਂ ਵੀ ਪੁੱਛਿਆ ਜਾ ਸਕਦਾ ਸੀ ਕਿ ਕਿਉਂਕਿ ਪੰਜਾਬ ਦੀ ਇੰਡਸਟਰੀ ਤਾਂ ਪਹਿਲਾਂ ਹੀ ਇਹਨਾਂ ਨੇ ਜਿਹੜੀ ਹੈ ਉਹ ਖਤਮ ਕਰਤੀ ਸੀ। ਚਾਹੇ ਉਹ ਮੰਡੀ ਗੋਬਿੰਦਗੜ੍ਹ ਹੈ, ਚਾਹੇ ਉਹ ਹੌਜਰੀ ਹੈ ਲੁਧਿਆਣੇ ਦੀ, ਚਾਹੇ ਸਪੋਰਟਸ ਇੰਡਸਟਰੀ ਹੈ ਜਲੰਧਰ ਦੀ, ਟੈਕਸਟਾਈਲ ਇੰਡਸਟਰੀ ਹੈ ਆਪਣਾ ਅੰਮ੍ਰਿਤਸਰ ਦੀ, ਠੀਕ ਹੈ ਨਾ, ਉਹ ਤਾਂ ਪਹਿਲਾਂ ਹੀ ਇਹਨਾਂ ਨੇ ਖਤਮ ਕਰਤੀ ਸੀ। ਸੋ ਹੁਣ ਤਾਂ ਇਹਨੂੰ ਬਹਾਨਾ ਮਿਲ ਗਿਆ ਜੀ, ਦੇਖੋ ਇਹਦੇ ਕਰਕੇ ਹੋ ਗਿਆ ਜੀ। ਪਰ ਹਾਂ,
ਜੇ ਰਿਵਾਈਵ ਕਰਨਾ, ਜੇ GST ਹੁਣ ਆਪਾਂ ਕਹਿੰਦੇ GST, ਹੁਣ ਜੇ ਅਗਲੀ ਵਾਰ GST ਕਿਵੇਂ ਮੰਗਾਂਗੇ ਜਦੋਂ ਫੈਕਟਰੀ ਨਹੀਂ ਚੱਲਦੀਆਂ ਸਾਡੀਆਂ, ਜਦੋਂ ਸਾਡੀ ਇੰਡਸਟਰੀ ਹੈ ਨਹੀਂ, GST ਕਿੱਥੋਂ ਜਾਊਗੀ ਉੱਥੇ, ਫਿਰ ਮੰਗਾਂਗੇ ਕੀ ਉਹਨਾਂ ਤੋਂ। ਸੋ ਇਸ ਕਰਕੇ ਪਹਿਲਾ ਸਵਾਲ ਤਾਂ ਇਹੀ ਹੈ ਕਿ ਲੇਬਰ ਜਿਹੜੀ ਦੇਖੋ ਜਦੋਂ ਲੋਕਡਾਊਨ ਖੁੱਲ ਗਿਆ, ਪਹਿਲੀ ਗੱਲ ਤਾਂ ਜਿਹੜੀ ਮਾਈਗ੍ਰੇਟਡ ਲੇਬਰ ਹੈ ਉਹ ਇੱਕਦਮ ਆਪਣੇ ਘਰਾਂ ਨੂੰ ਜਾਊਗੀ ਜੀ, ਇੱਕਦਮ ਆਪਣੇ ਘਰਾਂ ਨੂੰ ਭੱਜਣਗੇ। ਉਹ ਕੁਝ ਹੋ ਜਾਏ ਚਾਹੇ ਬਾਅਦ ਚ ਉਹਨੂੰ 10 ਦਿਨਾਂ ਬਾਅਦ ਮੁੜ ਕੇ ਆਉਣਾ ਪੈ ਜੇ। ਹੁਣ ਉਹ ਆਪਦੇ ਆਪ ਨੂੰ ਉਹ ਜਿਹੜਾ ਸਟਕ ਫੀਲ ਕਰ ਰਹੇ ਨੇ, ਨਹੀਂ ਜਾ ਰਹੇ। ਇੱਕ ਤਾਂ ਲੇਬਰ ਦੇ ਵਿੱਚ ਕੌਨਫੀਡੈਂਸ ਪੈਦਾ ਕਰਨਾ ਪਊਗਾ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡੇ ਉੱਥੇ ਪਰਿਵਾਰਾਂ ਨੂੰ ਮਿਲਾਵਾਂਗੇ ਜਾਂ ਉਹਨਾਂ ਨੂੰ ਬੁਲਾਵਾਂਗੇ ਜਾਂ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਕੰਟੈਕਟ ਹੋਵੇ ਤਾਂ ਕਿ ਉਹਨਾਂ 'ਚ ਕੌਨਫੀਡੈਂਸ ਬਿਲਡ ਹੋਵੇ ਕਿ ਅਸੀਂ ਇੱਥੇ ਰਹਿ ਕੇ ਕੰਮ ਕਰਨਾ ਹੈ। ਜੇ ਇੰਡਸਟਰੀ ਰਿਵਾਈਵ, ਲੋਕਡਾਊਨ ਖੁੱਲ ਗਿਆ, ਬਿਜਲੀ ਵੀ ਹੋ ਗਈ ਤੇ ਕਹਿਤਾ ਵੀ ਹਾਂਜੀ ਇੰਡਸਟਰੀ ਚਲਾ ਲਓ, ਲੇਬਰ ਬਿਨਾਂ ਕਿਵੇਂ ਚੱਲੂਗੀ ਇੰਡਸਟਰੀ ਜੀ, ਜੇ ਲੇਬਰ ਹੀ ਨਹੀਂ ਹੋਊਗੀ। ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਆਊਗੀ। ਫਿਰ ਆਰਥਿਕ ਪੈਕੇਜ, ਇਕਨੋਮਿਕ ਪੈਕੇਜ ਜਿਹੜੇ ਨੇ ਉਹ 'ਚ ਪੰਜਾਬ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ। ਵੱਡੀਆਂ ਵੱਡੀਆਂ ਕੰਪਨੀਆਂ ਨੂੰ ਬੇਲ ਆਊਟ ਕੀਤਾ ਜਾਊਗਾ। ਦੇਖੋ 에ਅਰਲਾਈਨਾਂ ਨੂੰ ਖੜੀਆਂ ਨੂੰ ਪੈਸੇ ਮਿਲ ਜਾਣਗੇ, ਜਿਹੜੇ ਟੋਲ ਟੈਕਸ ਨੇ ਉਹਨਾਂ ਨੂੰ ਬਿਨਾਂ ਕਿਸੇ ਕੰਮ ਦੇ, ਉਹਨਾਂ ਦਾ ਆ ਗਿਆ ਬਿਆਨ ਹੈ ਤਾਂ ਕਿ ਉਹਨਾਂ ਦਾ ਜਿਹੜਾ ਪੀਰੀਅਡ ਹੈ ਉਹ ਵਧਾਇਆ ਜਾਊਗਾ, ਸ਼ਾਇਦ 3 ਮਹੀਨੇ ਉਹਨਾਂ ਨੂੰ ਉਹ ਖੜੇ ਨੇ, ਸਾਲ ਵਧਾ ਦਿੱਤਾ ਜਾਵੇ ਉਹਨਾਂ ਦਾ, 1 ਸਾਲ ਹੋਰ ਟੈਕਸ ਕਰ ਲਓ, ਉਹ ਵੀ ਬੇਲ ਆਊਟ ਹੋ ਜਾਣਗੇ। ਵੱਡੀ ਇੰਡਸਟਰੀ ਬੇਲ ਆਊਟ ਹੋ ਜਾਊਗੀ, ਪਰ ਛੋਟਾ ਇੰਡਸਟਰੀਲਿਸਟ, ਦੁਕਾਨਦਾਰ ਜਾਂ ਫਿਰ ਆਟੋ ਰਿਕਸ਼ੇ ਵਾਲੇ ਜਾਂ ਕਿਸਾਨ, ਖੇਤ ਮਜ਼ਦੂਰ, ਇਹਨਾਂ ਨੂੰ ਬੇਲ ਆਊਟ ਕੌਣ ਕਰੂਗਾ ਜੀ? ਇਹ ਤਾਂ ਕਿਸੇ ਉਸ ਚ ਆਉਂਦੇ ਹੀ ਨਹੀਂਗੇ। ਉਹਨਾਂ ਨੂੰ ਤਾਂ ਬੇਲ ਆਊਟ ਕਰ ਦਿੰਦੇ ਨੇ ਕਿ ਇਹ ਰੋਜ਼ਗਾਰ, ਇੰਪਲਾਇਮੈਂਟ ਜਨਰੇਟਰ ਨੇ। ਇਹ ਤਾਂ ਕਿਸਾਨ ਵੀ ਤਾਂ ਇੰਪਲਾਇਮੈਂਟ ਜਨਰੇਟਰ ਹੈ। ਕਿੰਨੀ ਹੁਣ ਇਸ ਵਕਤ ਕਿੰਨੀ ਲੇਬਰ ਕੰਮ ਕਰ ਰਹੀ ਹੈ, ਕਿੰਨੇ ਕੰਬਾਈਨਾਂ ਵਾਲੇ ਕੰਮ ਕਰ ਰਹੇ ਨੇ, ਕਿੰਨੇ ਇਸ ਵਕਤ ਮੰਡੀਆਂ ਦੇ ਵਿੱਚ ਲੋਕ ਬਿਜ਼ੀ ਨੇ, ਤਾਂ ਇਹ ਕਿਸਾਨ ਦੀ ਵਜ੍ਹਾ ਕਰਕੇ ਹੈ ਨਾ। ਉਹ ਵੀ ਤਾਂ ਇੰਪਲਾਇਮੈਂਟ ਜਨਰੇਟ ਕਰਦਾ ਨਾ। ਮਾਨ ਸਾਹਿਬ, ਕਿਆ ਕੇਂਦਰ ਤੋਂ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਪੰਜਾਬ ਦੀ ਇੰਡਸਟਰੀ ਲਈ ਕੋਈ ਵਿਸ਼ੇਸ਼ ਪੈਕੇਜ ਜਿਹੜਾ ਉਹ ਕੇਂਦਰ ਦੀ ਮੋਦੀ ਸਰਕਾਰ ਜਾਰੀ ਕਰੇ? ਦੋ ਮਿਨਿਸਟਰ ਜਿਹੜੇ ਨੇ ਕੇਂਦਰ ਦੇ ਵਿੱਚ ਪੰਜਾਬ ਦੇ ਬੈਠੇ ਨੇ, ਕਿਆ ਉਹਨਾਂ ਕੋਲ ਕੋਈ ਗੱਲਬਾਤ ਹੋਈ ਕਿ ਇੰਡਸਟਰੀ ਨੂੰ ਕਿਸ ਢੰਗ ਨਾਲ ਅੱਗੇ ਰਿਵਾਈਵ ਕਰਨਾ? ਹਾਂ, ਉਹਨਾਂ ਨੇ ਇਸ ਪੰਜਾਬ ਵਿੱਚ ਨਹੀਂ ਗੱਲ ਹੋਈ, ਪਰ ਜਦੋਂ ਹੀ ਲੋਕਡਾਊਨ ਖੁੱਲਦਾ ਜਾਂ ਕੋਈ ਪਾਰਲੀਮੈਂਟ ਦਾ ਹਾਊਸ ਚੱਲਦਾ ਜਾਂ ਕੋਈ, ਸਭ ਤੋਂ ਪਹਿਲੀ ਪ੍ਰਾਇੋਰਟੀ ਸਾਡੀ ਇਹੀ ਹੋਊਗੀ, ਬਿਨਾਂ ਕਿਸੇ ਭੇਦਭਾਵ ਤੋਂ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਸਾਰੇ ਐਮਪੀਆਂ ਨੂੰ ਨਾਲ ਲੈ ਕੇ ਅਸੀਂ ਇਹ ਗੱਲ ਕਰਾਂਗੇ ਕਿ ਪੰਜਾਬ ਨੂੰ ਇਸ ਵਕਤ ਹੈਲਪ ਦੀ ਲੋੜ ਹੈ। ਜਦੋਂ ਦੇਸ਼ ਨੂੰ ਹੈਲਪ ਦੀ ਲੋੜ ਸੀ ਉਦੋਂ ਪੰਜਾਬ ਨੇ ਹਰੀ ਕ੍ਰਾਂਤੀ ਲਿਆ ਕੇ ਸਾਰੇ ਦੇਸ਼ ਦਾ ਢਿੱਡ ਭਰਿਆ ਸੀ। ਇਸ ਵਕਤ ਲੋੜ ਹੈ। ਔਰ ਨੰਬਰ 2 ਤੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਆਪਣੇ ਪੰਜਾਬ ਕੋਲੇ 6 ਸਾਲ ਤੋਂ ਹੈ ਜੀ। ਇੰਡੀਆ ਦੇ ਫੂਡ ਪ੍ਰੋਸੈਸਿੰਗ ਮਿਨਿਸਟਰ ਹਰਸਿਮਰਤ ਕੌਰ ਨੇ ਇੱਕ ਵੀ ਫੂਡ ਪ੍ਰੋਸੈਸਿੰਗ ਨਾਲ ਰਿਲੇਟਡ ਕੋਈ ਪ੍ਰੋਜੈਕਟ ਆਇਆ? ਹਾਲਾਂਕਿ ਐਗਰੀਰੀਅਨ ਸਟੇਟ ਹੈ। ਜੇ ਫੂਡ ਪ੍ਰੋਸੈਸਿੰਗ ਮਿਨਿਸਟਰੀ ਇੰਨੀ ਜ਼ਿਆਦਾ ਕਾਈਂਡ ਹੁੰਦੀ, ਦਿਆਲੂ ਹੁੰਦੀ, ਹੁਣ ਤੱਕ 6 ਸਾਲ ਹੋ ਗਏ, 6ਵਾਂ ਸਾਲ ਹੈ ਜੀ ਉਹਨਾਂ ਦਾ ਐਜ਼ ਅ ਫੂਡ ਪ੍ਰੋਸੈਸਿੰਗ ਮਿਨਿਸਟਰ। ਸੋ ਹੁਣ ਤੱਕ ਫੂਡ ਪ੍ਰੋਸੈਸਿੰਗ ਦੀ ਕੋਈ ਇੰਡਸਟਰੀ ਜਾਂ ਕੋਈ ਆ ਜਾਂਦਾ ਕੋਈ ਪ੍ਰੋਜੈਕਟ ਇੱਥੇ? ਸੋ ਇੱਥੋਂ ਤਾਂ ਸਿੱਧ ਹੁੰਦਾ ਕਿ ਸਿਰਫ ਗੱਲਾਂ ਹੀ ਨੇ। ਪਰ ਕੋਈ ਗੱਲ ਨਹੀਂ, ਬਤੌਰ ਮੈਂਬਰ ਪਾਰਲੀਮੈਂਟ ਦੇ ਵਿੱਚ ਮੈਂ ਇਹ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਊਂਗਾ ਕਿ ਸਾਡੇ ਪੰਜਾਬ ਦਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਅਸੀਂ ਕੋਈ ਭੀਖ ਤਾਂ ਨਹੀਂ ਮੰਗਦੇ ਨਾ, ਅਸੀਂ ਆਪਣਾ ਹੱਕ ਮੰਗਦੇ। ਸੋ ਸਾਡਾ ਹੱਕ ਸਾਨੂੰ ਦਿੱਤਾ ਜਾਵੇ, ਸਾਡੀ ਇੰਡਸਟਰੀ ਨੂੰ ਰਿਵਾਈਵ ਕੀਤਾ ਜਾਵੇ। ਖੇਤੀ ਸਾਡੀ ਪਹਿਲੀ ਘਾਟੇ ਚੱਲ ਰਹੀ ਹੈ, ਇੰਡਸਟਰੀ ਕੁਝ ਤਾਂ ਪਹਿਲਾਂ ਘਾਟੇ ਸੀ, ਕੁਝ ਕੋਵਿਡ ਦਾ ਸ਼ਿਕਾਰ ਹੋ ਗਈ, ਤਾਂ ਫਿਰ ਪੰਜਾਬ ਤਾਂ ਜਿਹੜਾ ਕੰਗਾਲੀ ਦੇ ਕੰਢੇ ਤੇ ਆ ਜਾਊਗਾ ਜੀ। ਸੋ ਇਹ ਮੈਂ ਗੱਲ ਜ਼ਰੂਰ ਕਰਾਂਗਾ ਜੀ ਜਿੱਥੇ ਮੌਕਾ ਮਿਲਿਆ। ਇੱਕ ਮੇਰਾ ਆਖਰੀ ਸਵਾਲ ਮਾਨ ਸਾਹਿਬ, ਜਿਹੜਾ ਜੈ ਘੋਸ਼ ਦਿਵਸ ਕੱਲ ਮਨਾਇਆ ਜਾਏਗਾ ਸ਼ਾਮੀ 6 ਵਜੇ, ਜਿਸ ਜੈ ਘੋਸ਼ ਹੋਣਗੇ, ਉਸ ਤੇ ਤੁਹਾਡਾ ਕੀ ਸਟੈਂਡ ਹੈ? ਦੇਖੋ ਗੱਲ ਇਹ ਹੈ, ਜਦੋਂ ਤਾਲੀਆਂ ਤੇ ਥਾਲੀਆਂ ਦਾ ਮੈਸੇਜ ਆਇਆ ਸੀ ਪ੍ਰਧਾਨ ਮੰਤਰੀ ਦਾ, ਫਿਰ ਉਸ ਤੋਂ ਬਾਅਦ ਦੀਵੇ, ਮੋਮਬੱਤੀਆਂ ਤੇ ਦੀਵਾਲੀਆਂ ਦਾ ਮੈਸੇਜ ਆਇਆ ਸੀ, ਤਾਂ ਉਸ ਵੇਲੇ ਰਾਹੁਲ ਗਾਂਧੀ ਜੀ ਹੋਰਾਂ ਨੇ ਤੇ ਕਾਂਗਰਸ ਦੇ ਲੀਡਰਾਂ ਨੇ ਇਹਦਾ ਵਿਰੋਧ ਕੀਤਾ ਸੀਗਾ ਵੀ ਇਹ ਵਿਗਿਆਨਕ ਤਰੀਕੇ ਨਾਲ ਜਾਊਗਾ, ਇਹ ਇਦਾਂ ਨਹੀਂ ਤਾਲੀਆਂ ਨਾਲ ਥਾਲੀਆਂ ਨਾਲ ਜਾਣਾ। ਤੇ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਕਰੋਨਾ ਹੈ ਨਾ, ਇਹ ਇੱਕ ਬਿਮਾਰੀ ਹੈ। ਕਿਰਪਾ ਕਰਕੇ ਇਹਨੂੰ ਬਿਮਾਰੀ ਦੇ ਤੌਰ ਤੇ ਇਹਦਾ ਇਲਾਜ ਲੱਭੋ। ਇਹਨੂੰ ਧਾਰਮਿਕ ਨਾ ਬਣਾਓ ਕਿ ਆਹ ਨਾਰਾ ਲਾਉਣਾ, ਆਹ ਜਕਾਰਾ ਲਾਉਣਾ। ਫਿਰ ਸਾਡੇ ਤਾਂ ਕਈ ਸੰਪਰਦਾਏ, ਕਈ ਡੇਰੇ ਏਦਾਂ ਦੇ ਨੇ ਜਿਨ੍ਹਾਂ ਦੇ ਆਪਦੇ ਜਕਾਰੇ ਬਣਾਏ ਹੋਏ ਨੇ, ਫਿਰ ਉਹ ਲਾਉਣਗੇ ਉਹ, ਜਾਂ ਉਹ ਨਹੀਂ ਲਾਉਣਗੇ ਫਿਰ ਉਸ ਦਿਨ। ਸੋ ਕਿਰਪਾ ਕਰਕੇ ਇਸ ਮਾਮਲੇ ਤੇ ਕੋਈ ਜਾਤ ਪਾਤ, ਕਿਉਂਕਿ ਕਰੋਨਾ ਕੋਈ ਜਾਤ ਪਾਤ ਨਹੀਂ ਦੇਖਦਾ, ਕਰੋਨਾ ਕੋਈ ਧਰਮ ਨਹੀਂ ਦੇਖਦਾ, ਕਰੋਨਾ ਕੋਈ ਸ਼ਹਿਰ ਨਹੀਂ ਦੇਖਦਾ, ਪਿੰਡ ਨਹੀਂ ਦੇਖਦਾ। ਸੋ ਦੇਖੋ ACP ਲੁਧਿਆਣੇ ਦਾ, ਉਹਦੀ ਡੈਥ ਹੋਈ ਹੈ, ਤਹਿਸੀਲਦਾਰ ਦੀ ਮੌਤ ਹੋਈ ਹੈ ਜੀ, ਤੇ ਕੋਈ ਆਮ ਜਿਹੜੇ ਸਬਜ਼ੀ ਮੰਡੀ ਜਾਂਦੇ ਨੇ ਉਹਨਾਂ ਦੀ ਵੀ ਡੈਥ ਹੋਈ ਹੈ। ਸੋ ਕਿਰਪਾ ਕਰਕੇ ਇਹਨੂੰ ਜਕਾਰਿਆਂ ਤੇ ਜਾਂ ਨਾਰਿਆਂ 'ਚ ਨਾ ਵੰਡੋ, ਠੀਕ ਹੈ ਨਾ। ਇਹਦਾ ਮੁਕਾਬਲਾ
ਜਿਹੜਾ ਉਹ ਵਿਗਿਆਨਕ ਤਰੀਕੇ ਨਾਲ ਕਰਨਾ ਚਾਹੀਦਾ ਹੈ। ਸਾਰਿਆਂ ਦਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ। ਧਰਮ ਭਾਵੇਂ ਜਿਹੜਾ ਮਰਜ਼ੀ ਮੰਨੋ, ਇਹ ਤੁਹਾਡੀ ਆਪਣੀ ਹੈ, ਨਿੱਜੀ ਹੈ, ਜਿੱਥੇ ਜਾ ਕੇ ਤੁਹਾਨੂੰ ਸਕੂਨ ਮਿਲਦਾ ਹੈ ਉੱਥੇ ਤੁਸੀਂ ਚਾਹੋ, ਅਸੀਂ ਉਹਦੇ 'ਚ ਕੋਈ ਇੰਟਰਫੇਅਰ ਨਹੀਂ ਕਰਦੇ। ਪਰ ਘੱਟੋ ਘੱਟ ਜਦੋਂ ਕੋਈ ਇਦਾਂ ਦੀ ਬਿਮਾਰੀ ਆ ਜਾਏ ਉਹਦੇ 'ਚ ਗਾਹਾਂ ਵੰਡੀਆਂ ਪਾਉਣੀਆਂ ਮੈਨੂੰ ਠੀਕ ਨਹੀਂ ਲੱਗਦੀਆਂ। ਮਾਨ ਸਾਹਿਬ ਜੀ 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 ਨਵਨੀਤ ਮੇਰਾ ਵੀ ਇੱਕ ਮਾਨ ਸਾਹਿਬ ਮੈਂ ਇਹ ਪੁੱਛਣਾ ਇੱਕ ਮਿੰਟ ਨਵਨੀਤ ਜੀ ਯਾਦਵਿੰਦਰ ਸਰਕਾਰ ਦੀ ਸਪੋਕਸਮੈਨ ਤੋਂ ਮੇਰਾ ਸਵਾਲ ਤੇ ਮਾਨ ਸਾਹਿਬ ਮੈਂ ਕਹਿ ਰਿਹਾ ਡਾਊਨਲੋਡ ਕਰਕੇ ਅਸੀਂ ਚਲਾਉਣੀ ਵੀ ਹੋਊਗੀ, ਇੱਕ ਰੱਖੋ ਤਾਂ ਕਿ ਬਹੁਤ ਹੀ ਜ਼ਿਆਦਾ ਲਿਮਿਟੇਸ਼ਨ ਨਾ ਹੋਵੇ। ਦੂਜੀ ਗੱਲ ਜਿਹੜੀ ਤੁਸੀਂ ਮੇਰਾ ਇੱਕੋ ਹੀ ਸਵਾਲ ਵਾ ਛੋਟਾ ਜਿਹਾ, ਬਾਕੀ ਵੀ ਛੋਟੇ ਛੋਟੇ ਸਵਾਲ ਤੁਸੀਂ ਸਾਰੇ ਜਿਹੜੇ ਜਿਨ੍ਹਾਂ ਦੇ ਵੀ ਲੈਣੇ ਆਗੇ ਲੰਬਾ ਜਾਂ ਛੋਟਾ ਸਾਰੇ ਸਵਾਲ ਲਓ। ਮੈਂ ਕਹਿੰਦਾ ਸੀ ਥੋੜੀ ਜਿਹੀ ਹੋ ਜੇ ਤਾਂ ਕਿ ਇਹਨੂੰ ਆਪਾਂ ਚਲਾਉਣਾ ਵੀ ਟੈਲੀਵਿਜ਼ਨ ਤੇ ਵੀ ਚਲਾਉਣਾ, ਬਾਕੀ ਥਾਵਾਂ ਤੇ ਲਾਈਵ ਤਾਂ ਸ਼ਾਇਦ ਨਹੀਂ ਚੱਲ ਰਹੀ, ਕਿਤੇ ਡਾਊਨਲੋਡ ਕਰਕੇ ਬਾਕੀ ਥਾਵਾਂ ਤੇ ਜਾਂ ਕਿਤੇ ਲਾਈਵ ਵੀ ਚੱਲ ਰਹੀ ਹੋਊਗੀ। ਤੁਹਾਨੂੰ ਲੱਗਦਾ ਨਹੀਂਗਾ ਕਿ ਜਿਹੜੀ ਇਹ ਬਾਰ-ਬਾਰ ਗੱਲ ਆ ਰਹੀ ਹੈਗੀ, ਬਾਰ-ਬਾਰ ਜਦੋਂ ਚਾਹੇ ਅਕਾਲੀ ਦਲ ਦੀ ਗੱਲ ਕਰ ਲਓ, ਆਮ ਆਦਮੀ ਦੀ ਕਰ ਲਓ, ਕਾਂਗਰਸ ਦੀ ਗੱਲ ਕਰ ਲਓ, ਇੱਕ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਜੀ ਕੋਈ ਪੋਲਿਟਿਕਸ ਨਹੀਂ, ਕੋਈ ਪੋਲਿਟਿਕਸ ਨਹੀਂ। ਅਸੀਂ ਫੋਟੋਆਂ ਲੱਗਣ ਤੋਂ ਲੈ ਕੇ ਸੀਐਮ ਦੀਆਂ, ਸਿੱਧੂ ਦੀਆਂ ਤਮਾਮ ਚੀਜ਼ਾਂ ਤੋਂ, ਤੁਹਾਡੀ ਪਾਰਟੀ ਦੇ ਮੁੱਦਿਆਂ ਤੋਂ ਪੋਲਿਟਿਕਸ ਕਰਨ ਦਾ ਮਤਲਬ ਸਿਰਫ ਇਸ ਦੌਰ 'ਚ ਇਹੀ ਹੈਗਾ ਕਿ ਜਿਹੜੀ ਉਸ ਤਰ੍ਹਾਂ ਦੀ ਹਲਕੀ ਰਾਜਨੀਤੀ ਜਿਹੜੀ ਕੀਤੀ ਜਾਂਦੀ ਹੈ ਉਹ ਨਾ ਹੋਵੇ, ਮੁੱਦਿਆਂ ਦੀ ਰਾਜਨੀਤੀ ਹੋਵੇ। ਪਰ ਉਹਦੇ ਬਾਵਜੂਦ ਵੀ ਸਾਨੂੰ ਪੋਲੀਟੀਕਲ ਕਲਾਸ ਦਾ ਕੰਸਰਨ, ਜਿਵੇਂ ਕਿਹਾ ਜਾਂਦਾ ਕਿ ਪੋਲੀਟੀਕਲ ਕਲਾਸ ਜਿਹੜੇ ਪੈਸੇ ਦਿੱਤੇ ਉਹ ਲੋਕਾਂ ਦੇ ਪੈਸੇ ਤੋਂ ਦਿੱਤੇ, ਆਪਦੇ ਪੈਸਿਆਂ 'ਚੋਂ ਨਹੀਂ ਕੁਝ ਦਿੱਤਾ ਕਿਸੇ ਪਰਸਨਲ ਨੇ ਕਿ ਹਾਂ ਮੈਂ ਪਰਸਨਲੀ ਇਹ ਪੈਸੇ ਦਿੰਦਾ, ਆਪਦੀਆਂ ਤਨਖਾਹਾਂ ਚੁੱਕਦਾ, ਤਾਂ ਲੋਕਾਂ ਦਾ ਪੈਸਾ ਹੀ ਹੈਗਾ ਉਹ ਤਾਂ ਤੁਹਾਨੂੰ ਲੱਗਦਾ ਨਹੀਂ, ਤੁਹਾਨੂੰ ਲੱਗਦਾ ਕਿ ਪੋਲੀਟੀਕਲ ਕਲਾਸ ਸਾਰੀ ਦੀ ਸਾਰੀ ਉਸ ਲੈਵਲ ਤੇ ਸੀਰੀਅਸ ਨਹੀਂ ਹੈ ਜਿਸ ਲੈਵਲ ਤੇ ਹੋਣ ਦੀ ਲੋੜ ਹੈਗੀ? ਦੇਖੋ, ਜਦੋਂ ਤੱਕ ਜਿਹੜਾ ਪੈਸਾ ਲਾਉਣ ਦੀ ਜਾਂ ਹੈਲਪ ਕਰਾਉਣ ਦੀ ਗੱਲ ਹੈ, ਸਾਡਾ ਤਾਂ ਮੈਂ ਤਾਂ ਇਹ ਵੀ ਕਿਹਾ ਕਿ ਸਾਡੀ 30% ਦੀ ਬਜਾਏ 50% ਤਨਖਾਹ ਕੱਟ ਲਓ, ਪਰ ਘੱਟੋ ਘੱਟ ਸਾਡਾ MP ਲੈਟ ਜਿਹੜਾ ਉਹ ਤਾਂ ਸੰਗਰੂਰ ਤੇ ਬਰਨਾਲੇ ਦੇ ਲੋਕਾਂ ਦਾ ਪੈਸਾ ਹੈ, ਉਹ ਡਿਵੈਲਪਮੈਂਟ ਦਾ ਪੈਸਾ ਹੈ। ਤੁਸੀਂ ਸਾਡੇ ਤੇ ਗਾਈਡਲਾਈਨ ਦੇ ਦਿਓ, ਸਾਨੂੰ ਸ਼ਰਤਾਂ ਲਾ ਦਿਓ ਕਿ ਇਹ ਪੈਸਾ 2 ਸਾਲ ਲਈ ਸਿਰਫ ਤੇ ਸਿਰਫ ਕਰੋਨਾ ਨਾਲ ਰਿਲੇਟਡ PPE, ਵੈਂਟੀਲੇਟਰ, ਆਕਸੀਜਨ ਸਿਲੰਡਰ ਜਾਂ N95 ਮਾਸਕ ਖਰੀਦਣ ਲਈ ਹੀ ਵਰਤਿਆ ਜਾਵੇਗਾ। ਅਸੀਂ ਲੋਕਲ ਵਰਤ ਲਾਂਗੇ ਇੱਥੇ। ਹੁਣ ਸਾਨੂੰ ਫੇਰ ਭਿਖਾਰੀ ਬਣਾਤਾ, ਉੱਥੇ ਜਾਇਆ ਕਰਾਂਗੇ ਵੀ ਆਹ ਦਿਓ ਜੀ, ਫਿਰ ਉਹ ਉੱਥੋਂ ਬੰਦੇ ਭੇਜਿਆ ਕਰਨਗੇ, ਫਿਰ ਸਰਵੇ ਹੋਇਆ ਕਰੂ, ਰਿਵਿਊ ਹੋਇਆ ਕਰੂ, ਪਤਾ ਨਹੀਂ ਕਿੰਨਾ ਕੁ ਲੰਬਾ ਪ੍ਰੋਸੈਸ ਚੱਲੂਗਾ। ਜੇ ਇੱਥੇ ਹੁੰਦੇ ਤਾਂ ਮੈਂ ਇਮੀਡੀਏਟਲੀ ਚੈੱਕ ਕੱਟ ਕੇ ਮੈਂ ਜਿਹੜਾ ਉਹ ਦੇ ਸਕਦਾ ਸੀਗਾ ਕਿਸੇ ਵੀ ਹਸਪੀਟਲ ਨੂੰ, ਜਾਂ ਕਿਤੇ ਵੈਂਟੀਲੇਟਰ ਚਾਹੀਦਾ ਜਾਂ ਕੁਝ ਹੋਰ। ਸੋ ਇੱਕ ਤਾਂ ਇਹ ਹੈ। ਨੰਬਰ 2 ਤੇ ਨਾਟ ਓਨਲੀ ਪੋਲੀਟੀਕਲ, ਮੈਨੂੰ ਹੁਣ ਇੱਕ ਮੇਰਾ ਸਵਾਲ ਹੈ, ਰਮਨ ਸੋਢੀ ਹੋਰਾਂ ਨੇ ਇੱਕ ਦਿਨ ਮੈਨੂੰ ਲਾਈਵ ਲਿਆ ਸੀਗਾ, ਉਸ ਦਿਨ ਇਹਨਾਂ ਨੇ ਮੈਨੂੰ ਸਵਾਲ ਪੁੱਛਿਆ ਸੀਗਾ, ਮੈਂ ਉਹ ਦਿੱਲੀ ਸੀਗਾ ਸਕਾਈਪ ਤੇ। ਜਿਹੜੇ ਕਲਾਕਾਰ ਆਪਣਾ ਵੱਡੀਆਂ ਵੱਡੀਆਂ ਫਿਲਮਾਂ, ਬੜੇ ਬੜੇ ਪੋਸਟਰ ਲੱਗਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਦੇ ਗਾਣੇ ਗਾਉਂਦੇ ਨੇ ਕਿ ਮਤਲਬ ਇਦੋਂ ਘੱਟ ਤਾਂ ਜੱਟ ਬ੍ਰਾਂਡ ਹੀ ਨਹੀਂ ਪਸੰਦ ਕਰਦਾ, ਜੋ ਮਤਲਬ ਗੱਲ ਗੱਲ ਤੇ ਗੋਲੀ ਚੱਲਦੀ ਹੈ, ਠੀਕ ਹੈ, ਉਹ ਕਿੱਧਰ ਗਏ ਜੀ? ਹੁਣ ਜੇ ਘੱਟੋ ਘੱਟ ਚੱਲ ਪੈਸਾ ਨਹੀਂ ਦੇਣਾ, ਘੱਟੋ ਘੱਟ ਸੋਸ਼ਲ ਮੈਸੇਜ ਤਾਂ ਦੇ ਦਿਓ ਨਾ ਤੁਹਾਡੇ ਆਪਦੇ ਫੈਨਾਂ ਨੂੰ ਕਿ ਭਾਈ ਮੈਂ ਬੇਨਤੀ ਕਰਦਾ ਕਿ ਘਰੇ ਹੀ ਰਹੋ, ਇਹਦਾ ਹੋਇਆ, ਸਰਕਾਰ ਦੀਆਂ ਗੱਲਾਂ ਮੰਨੋ। ਤੇ ਮਤਲਬ ਹੱਦ ਹੈ, ਮਤਲਬ ਮੈਂ ਹੈਰਾਨੀ ਦੀ, ਜੇ ਉਹਨਾਂ ਦਾ ਕੋਈ ਗਾਣਾ ਆਉਣਾ ਹੋਵੇ ਹਰ 5 ਮਿੰਟ ਬਾਅਦ ਕਹਿੰਦੇ ਨੇ ਬਸ ਭਾਈ ਇੰਨੇ ਮਿੰਟ ਰਹਿ ਗਏ, ਹੁਣ ਲੈ ਬਈ ਕਰ ਦਿਓ ਸ਼ੇਅਰ ਕਰਾਂ। ਤੇ ਮਤਲਬ ਇਸ ਵਕਤ ਉਹਨਾਂ ਦੇ ਸਰੋਤੇ ਸੰਕਟ 'ਚ ਨੇ, ਜੇ ਸਰੋਤੇ ਹੀ ਨਹੀਂ ਰਹਿਣਗੇ ਉਹ ਫਿਲਮਾਂ ਕਿਹਨੂੰ ਦਿਖਾਉਣਗੇ ਫਿਰ? ਸੋ ਮੇਰਾ ਇਹ, ਮੈਂ ਖੁਦ ਕਲਾਕਾਰ ਬਰਾਦਰੀ ਤੋਂ ਹਾਂ, ਮੇਰਾ ਇਹ ਸਵਾਲ ਹੈ, ਕਿਰਪਾ ਕਰਕੇ ਵੱਡੇ ਵੱਡੇ ਕਲਾਕਾਰਾਂ ਨੂੰ ਭਾਵੇਂ ਉਹ ਐਡ ਬਣਾਉਣ, ਭਾਵੇਂ ਆਪਣੇ ਪੇਜ ਜਿਹੜੇ ਉਹਨਾਂ ਦੇ ਬਿਲੀਅਨ ਉਹਨਾਂ ਦੇ ਫੈਨ ਨੇ ਉਹਨਾਂ ਤੇ ਮੈਸੇਜ ਦੇਣ, ਭਾਵੇਂ ਸਰਕਾਰਾਂ ਦੇ ਹੈਲਪਲਾਈਨ ਨੰਬਰ ਜਾਰੀ ਕਰਨ ਤਾਂ ਕਿ ਕੋਈ ਫਾਇਦਾ ਹੋ ਸਕੇ। ਹਰ ਵਕਤ ਕੱਲੀਆਂ ਫਿਲਮਾਂ ਦੀ ਐਡ ਵਾਸਤੇ ਜਾਂ ਕਾਲਜਾਂ ਦੇ ਵਿੱਚ ਇਕੱਠ ਕਰਨਾ ਜਾਂ ਯੂਨੀਵਰਸਿਟੀਆਂ ਜਾਣਾ, ਅੱਜ ਫਲਾਣੇ ਸ਼ਾਪਿੰਗ ਮਾਲ ਚ ਆਉਣਗੇ ਫਲਾਣੇ ਕਲਾਕਾਰ, ਉਸ ਵੇਲੇ ਤਾਂ ਉਹ ਲੋਕਾਂ ਨੂੰ ਵਰਤਦੇ ਨੇ। ਇਸ ਵਕਤ ਲੋਕਾਂ ਨੂੰ ਉਹਨਾਂ ਦੀ ਸ਼ੋਹਰਤ ਦੀ ਲੋੜ ਹੈ, ਕਿਰਪਾ ਕਰਕੇ ਉਹ ਆਪਦੀ ਸ਼ੋਹਰਤ ਨੂੰ ਜੇ ਆਰਥਿਕ ਪੱਖੋਂ ਨਹੀਂ ਤਾਂ ਆਰਥਿਕ ਪੱਖੋਂ, ਜੇ ਦੂਜੇ ਲੋਟ ਸ਼ੋਹਰਤ ਨੂੰ ਜਿਹੜਾ ਉਹ ਇਸ ਸੰਕਟ ਦੇ ਵਿੱਚੋਂ ਕੱਢਣ ਲਈ ਲੋਕਾਂ ਨੂੰ ਉਹ ਵਰਤ ਸਕਦੇ ਨੇ ਤਾਂ ਜ਼ਿਆਦਾ ਵਧੀਆ ਲੱਗੂਗਾ। ਜੀ ਮਾਨ ਸਾਹਿਬ ਮੈਂ ਇੱਕ ਚੀਜ਼ ਸਮਝਣੀ ਚਾਹ ਰਿਹਾ ਕਿ ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਕਿਸਾਨਾਂ ਨੂੰ ਲੈ ਕੇ, ਮੰਡੀਆਂ 'ਚ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ, ਮੈਂ ਸਿਰਫ ਇੰਨਾ ਸਮਝਣਾ ਚਾਹ ਰਿਹਾ ਕਿ ਇਹ ਤੇ ਗੱਲ ਹੋ ਗਈ ਜੋ ਅੱਜ ਦੇ ਹਾਲਾਤ ਨੇ। ਮਾਨ ਸਾਹਿਬ, ਆਪਾਂ ਜਦੋਂ ਭਵਿੱਖ ਦੀ ਗੱਲ ਕਰਨੇ ਆ, ਹੁਣ ਅੱਗੇ ਕਣਕ ਤੋਂ ਬਾਅਦ ਜੀਰੀ ਦੀ ਫਸਲ ਆਣੀ ਹੈ, ਲੋਕਡਾਊਨ ਖਤਮ ਹੋਏਗਾ। ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਲੋਕਡਾਊਨ ਖੁੱਲਦੇ ਹੀ ਸਭ ਤੋਂ ਪਹਿਲਾਂ ਆਪਣੇ ਜੱਦੀ ਪਿੰਡਾਂ ਵੱਲ ਭੱਜਣਗੇ, ਉੱਥੇ ਜਾਣਗੇ ਕਿ ਜੋ ਹਾਲਾਤ ਹੋਣ। ਕੀ ਲੱਗਦਾ ਕਿ ਸਰਕਾਰ ਨੂੰ, ਚਾਹੇ ਕੇਂਦਰ ਦੀ ਹੈ ਚਾਹੇ ਸੂਬਾ ਸਰਕਾਰ ਹੈ, ਇੱਕ ਮਿਲ ਕੇ ਜੋ ਸਿਸਟਮ ਹੈ ਔਰ ਉਹ ਦਰੁਸਤ ਤਰੀਕੇ ਨਾਲ ਚੱਲ ਹੀ ਰਿਹਾ,
ਮਨਰੇਗਾ ਦੀ ਇੰਨੀ ਵਧੀਆ ਸਕੀਮ ਹੈ ਕਿ ਜੇ ਉਹਨੂੰ ਕਿਸਾਨੀ ਨਾਲ ਜੋੜ ਦਿੱਤਾ ਜਾਏ, ਇੱਕ ਤੇ ਉਹ ਮਜ਼ਦੂਰ ਜਾਏਗਾ ਨਹੀਂ, ਉਹਨੂੰ 100 ਦਿਨ ਦਾ ਰੋਜ਼ਗਾਰ ਮਿਲ ਜਾਏਗਾ। ਦੂਜਾ, ਅੱਗੇ ਲਈ ਕਿਉਂਕਿ ਪੇਂਡੂ ਅਰਥਚਾਰੇ ਦੀ ਜਦੋਂ ਅਸੀਂ ਗੱਲ ਕਰਨੇ ਆ, ਜੋ ਹਾਲਾਤ ਅੱਜ ਦੇ ਬਣੇ ਨੇ ਲੋਕਡਾਊਨ ਤੋਂ ਬਾਅਦ, ਲੱਗਦਾ ਹੈ ਕਿ ਬਹੁਤ ਸਮਾਂ ਲੱਗੇਗਾ ਪੇਂਡੂ ਅਰਥਚਾਰੇ ਨੂੰ ਉੱਤੇ ਆਉਣ ਦੇ ਲਈ। ਔਰ ਪੇਂਡੂ ਅਰਥਚਾਰਾ ਉੱਤੇ ਆਏਗਾ ਤਾਂ ਹੀ ਸ਼ਹਿਰਾਂ ਦਾ ਵੀ ਔਰ ਬਾਕੀ ਅਰਥਚਾਰਾ ਵੀ ਉੱਤੇ ਆਏਗਾ। ਸੋ ਮਨਰੇਗਾ ਨੂੰ ਅਟੈਚ ਕੀਤਾ ਜਾਏ, 100 ਦਿਨ ਦਾ ਰੋਜ਼ਗਾਰ ਪੱਕਾ ਕੀਤਾ ਜਾਏ ਤਾਂ ਜੋ ਬਾਹਰ ਨਾ ਜਾਣ, ਆਪਣੇ ਪਿੰਡਾਂ ਵੱਲ ਨਾ ਜਾਣ, ਬਿਹਾਰ ਯੂਪੀ ਨਾ ਜਾਣ। ਦੂਜੇ ਪਾਸੇ ਕਿਸਾਨਾਂ ਦੀ ਲਾਗਤ ਵੀ ਘੱਟ ਹੋਏਗੀ। ਕੀ ਸਰਕਾਰਾਂ ਉਹ ਇੰਸ਼ੋਰ ਕਰਨਗੀਆਂ? ਕਿਉਂਕਿ ਸਵਾਮੀਨਾਥਨ ਆਯੋਗ ਦੀ ਸਿਫਾਰਿਸ਼ਾਂ ਕਹਿੰਦੀਆਂ ਨੇ। ਮੈਂ ਤੁਹਾਡੀ ਸਮਝੀ ਗੱਲ ਨਵਨੀਤ, ਬਲਕਿ ਮੈਂ ਤਾਂ ਇਹ ਵੀ ਮੰਗ ਕੀਤੀ ਸੀ ਕਿ ਮੰਡੀਆਂ 'ਚ ਕਿਉਂ ਨਹੀਂ ਯੂਜ਼ ਕਰਦੇ 14 ਲੱਖ ਰਜਿਸਟਰਡ ਨਰੇਗਾ ਵਾਲੇ ਜਿਹੜੇ ਮਜ਼ਦੂਰ ਨੇ। ਤੇ ਨੰਬਰ 2, ਕਿਉਂ ਨਹੀਂ ਨਰੇਗਾ ਮਜ਼ਦੂਰ 14 ਲੱਖ ਦਾ ਰਜਿਸਟਰਡ, ਉਹਨਾਂ ਦਾ ਸਾਰਾ ਖਾਤਾ ਵੀ ਪਤਾ ਕਿਉਂਕਿ ਦਿਹਾੜੀ ਆਉਂਦੀ ਹੈ ਉਹਨਾਂ ਦੇ ਵਿੱਚ। 100 ਦਿਨ ਦੀ ਗਾਰੰਟੀ ਹੈ, ਘੱਟੋ ਘੱਟ 50 ਦਿਨ ਦੇ ਪੈਸੇ ਐਡਵਾਂਸ 'ਚ ਪਾ ਦਿੱਤੇ ਜਾਣ ਉਹਨਾਂ ਦੇ ਖਾਤਿਆਂ 'ਚ। ਉਹਨਾਂ ਦਾ ਗੁਜ਼ਾਰਾ ਵੀ ਚੱਲੂਗਾ। ਤੇ ਜਦੋਂ ਝੋਨਾ ਵਗੈਰਾ ਲਾਉਣਾ ਉਹਦੇ 'ਚ ਉਹਨਾਂ ਨੂੰ ਅਲਾਉ ਕਰ ਦਿੱਤਾ ਜਾਵੇ ਕਿ ਉਹ ਕਿਸਾਨ ਉਹਨਾਂ ਨੂੰ ਖੇਤਾਂ 'ਚ ਲੈ ਕੇ ਜਾ ਸਕਦੇ ਨੇ ਤੇ ਉਹਨਾਂ ਦਾ ਜਿਹੜਾ 50 ਦਿਨ ਦਾ ਪੈਸਾ ਐਡਜਸਟ ਹੋ ਜਾਊਗਾ। ਇਹ ਇਸ ਤਰ੍ਹਾਂ ਦੇ ਬਹੁਤ ਸਾਰੇ ਤਰੀਕੇ ਨੇ, ਪਰ ਇਹ ਨਹੀਂ, ਮੈਂ ਉਹੀ ਕਹਿ ਰਿਹਾ, ਹੁਣ ਆਪਾਂ ਜਿਹੜੇ ਬਾਕੀ ਕੰਸਟਰਕਸ਼ਨ ਵਰਕ ਤੇ ਉਹਨਾਂ ਮਜ਼ਦੂਰਾਂ ਨੂੰ ਲਾਉਂਦੇ ਸੀ ਉਹ ਬੰਦ ਕਰਕੇ ਇਕੱਲੇ 1 ਸਾਲ ਲਈ ਜੇ ਕਹੀਏ ਕਿ ਕਿਸਾਨੀ ਲਈ ਮਨਰੇਗਾ ਨੂੰ ਅਸੀਂ ਵਰਤੋਂ ਕਰਾਂਗੇ, ਮਜ਼ਦੂਰ ਵੀ ਜਾਏ ਤੇ ਕਿਸਾਨਾਂ ਦਾ ਵੀ ਜਿਹੜਾ ਉਹ ਲਾਗਤ ਹੈ ਉਹ ਘੱਟ ਹੋਏਗੀ। ਲੱਗਦਾ ਕਿ ਸਰਕਾਰ ਨੂੰ ਘੱਟੋ ਘੱਟ ਸਾਲ ਲਈ ਤੇ ਕਰ ਦੇਣਾ ਚਾਹੀਦਾ। ਮੈਂ ਤਾਂ ਕਹਿੰਦਾ ਨਾਟ ਓਨਲੀ ਕਿਸਾਨੀ, ਕਿਉਂਕਿ ਕਿਸਾਨੀ ਸਾਰਾ ਸਾਲ ਨਹੀਂ ਚੱਲਦੀ ਨਾ, ਤੇ ਝੋਨਾ ਲਾਉਣ ਤੋਂ ਬਾਅਦ ਘਟ ਜੂਗਾ। ਜਦੋਂ ਝੋਨਾ ਲੱਗ ਗਿਆ ਉਸ ਤੋਂ ਬਾਅਦ ਛੋਟੀ ਜਿਹੜੀ ਇੰਡਸਟਰੀ ਹੈ, ਲੋਕਲ ਇੰਡਸਟਰੀ ਹੈ, ਉਹਦੇ ਵਿੱਚ ਉਹਨਾਂ ਨੂੰ ਨਰੇਗਾ ਵਾਲਿਆਂ ਨੂੰ ਅਲਾਉ ਕੀਤਾ ਜਾਵੇ ਤਾਂ ਕਿ ਤੁਹਾਡੇ ਕੋਲ ਰਜਿਸਟਰਡ ਲੇਬਰ ਹੈਗੀ ਹੈ ਤਾਂ ਕੋਈ ਲੇਬਰ ਪੱਖੋਂ ਕੋਈ ਇੰਡਸਟਰੀ ਜਿਹੜੀ ਹੈ ਉਹ ਉੱਭਰਨ ਤੋਂ ਜਾਂ ਆਪਣਾ ਪੈਰਾਂ ਸਿਰ ਖੜੇ ਹੋਣ ਤੋਂ ਨਾ ਰਹੇ। ਤੇ ਸੁਰਖਾਬ ਇਹ ਆਖਰ ਦੇ ਵਿੱਚ ਸੁਰਖਾਬ ਹੈ, ਫਿਰ ਉਸ ਤੋਂ ਬਾਅਦ ਮਾਨ ਸਾਹਿਬ ਇੱਕ ਛੋਟੀ ਜੀ ਗੱਲ ਹੀ ਹੈ, ਸੁਝਾਅ ਆ, ਚਾਹੇ ਤੁਸੀਂ ਆਪ ਜਿਹੜੇ ਚਿੱਠੀ ਲਿਖੀ ਉਹ ਸੁਝਾਅ ਦੇ ਦਿਓ। ਈ ਪਾਸ ਆ, ਜੋ ਈ ਪਾਸ ਬਣ ਰਹੇ ਨੇ, ਜੇਕਰ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਲਈਏ ਜਾਂ ਕਰਫਿਊ ਦੀ ਗੱਲ ਕਰ ਲਈਏ, ਕਰਫਿਊ ਦੀ ਉਲੰਘਣਾ ਈ ਪਾਸ ਹੀ ਖੁਦ ਕਰ ਰਿਹਾ ਆ, ਸਰਕਾਰ ਦੀ ਆਪ ਦੀ ਨੀਤੀ ਕਰ ਰਹੀ ਹੈ। ਇਸ ਵਕਤ ਜੇਕਰ ਅੰਕੜਾ ਦੇਖੀਏ 3 ਲੱਖ ਤੋਂ ਵੱਧ ਈ ਪਾਸ ਬਣ ਚੁੱਕੇ ਨੇ, ਮਤਲਬ ਕਿ ਪੰਜਾਬ 3 ਲੱਖ ਲੋਕ ਇੱਧਰ ਉੱਧਰ ਹੋ ਚੁੱਕੇ ਨੇ। ਸੋ ਇਸ ਨੂੰ ਕਿਤੇ ਨਾ ਕਿਤੇ ਰੋਕ ਲਾਈ ਜਾਵੇ, ਬਹੁਤ ਜ਼ਰੂਰੀ ਹੈ ਤਾਂ ਪਾਸ ਬਣਾਏ ਜਾਵੇ, ਨਹੀਂ ਤਾਂ ਹਰੇਕ ਨੂੰ ਪਾਸ ਨਾ ਬਣਾਇਆ ਜਾਵੇ, ਜਿਹਦੇ ਕਰਕੇ ਕਿਤੇ ਨਾ ਕਿਤੇ ਕਰੋਨਾ ਫੈਲ ਰਿਹਾ ਆ। ਮੰਡੀਆਂ 'ਚ ਦੇਖ ਲਓ, ਮੰਡੀਆਂ ਤੱਕ ਪਹੁੰਚ ਗਿਆ ਆ, ਸਬਜ਼ੀ ਮੰਡੀ ਤੱਕ ਪਹੁੰਚ ਗਿਆ ਆ, ਘਰਾਂ ਤੱਕ ਲੋਕਾਂ ਦੇ ਇਸ ਤਰ੍ਹਾਂ ਪਹੁੰਚ ਚੁੱਕਿਆ ਹੈ। ਸੋ ਇਹਦੇ ਤੇ ਵੀ ਰੋਕ ਲਾਈ ਜਾਣੀ ਚਾਹੀਦੀ। ਬਿਲਕੁਲ ਮੈਂ ਕੱਲ ਆਪਣਾ ਸੁਨਾਮ, ਚੀਮਾ, ਆਪਣਾ ਬੜਬਰ, ਯਾਦਵਿੰਦਰ ਦਾ ਪਿੰਡ ਧਨੌਲਾ ਤੇ ਬਰਨਾਲਾ ਵਗੈਰਾ ਗਿਆ ਸੀ। ਯਾਦਵਿੰਦਰ ਵੀ ਇਹੀ ਗੱਲ ਕਰ ਰਹੇ ਸੀ ਮੇਰੇ ਨਾਲ ਕਿ ਪਿੰਡਾਂ 'ਚ ਤਾਂ ਲੱਗਦਾ ਹੀ ਨਹੀਂ ਕਿ ਕਰਫਿਊ ਹੈ ਜਾਂ ਕੋਈ ਸੋਸ਼ਲ ਡਿਸਟੈਂਸ ਹੈ। ਉੱਥੇ ਤਾਂ ਅਜੇ ਵੀ ਸੱਥਾਂ ਦੇ ਵਿੱਚ ਤਾਸ਼ ਚੱਲ ਰਿਹਾ, ਤਾਸ਼ ਖੇਡ ਰਹੇ ਨੇ ਬਜ਼ੁਰਗ। ਹੁਣ ਅਸਲ 'ਚ ਉਹਨਾਂ ਨੂੰ ਸਮਝਾ ਹੀ ਨਹੀਂ ਪਾ ਰਹੀ ਗਵਰਨਮੈਂਟ ਕਿ ਸੋਸ਼ਲ ਡਿਸਟੈਂਸ ਕੀ ਹੁੰਦਾ, ਸਮਾਜਿਕ ਦੂਰੀ ਕੀ ਹੁੰਦੀ ਹੈ। ਉਹਨਾਂ ਨੂੰ ਹੋਰ ਵਧੀਆ ਪੰਜਾਬੀ 'ਚ ਦੱਸ ਦਿਓ ਭਾਈ, ਇੱਕ ਦੂਜੇ ਤੋਂ ਦੂਰ ਰਹਿਣਾ, 1 ਮੀਟਰ ਇੱਕ ਦੂਜੇ ਤੋਂ ਦੂਰ ਬਹਿ ਕੇ ਗੱਲ ਕਰਨੀ ਹੈ। ਸੋ ਹੁਣ ਤੁਸੀਂ ਦਿੱਲੀ ਦਾ ਗੱਲ ਦਿਓ, ਜਹਾਂਗੀਰਪੁਰੀ ਦੇ ਵਿੱਚ ਇੱਕੋ ਮਤਲਬ ਖਾਨਦਾਨ ਦੇ 41 ਲੋਕ ਪੋਜ਼ਿਟਿਵ ਨੇ, ਉਹਨਾਂ ਦੇ ਘਰ ਨਾਲ ਨੇ। ਲੋਕਡਾਊਨ ਦੌਰਾਨ ਇੱਕ ਦੂਜੇ ਦੇ ਘਰਾਂ 'ਚ ਜਾਂਦੇ ਰਹੇ, 5-6 ਘਰਾਂ ਦੇ ਵਿੱਚ 41 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਸੋ ਇਸ ਤੋਂ ਪਹਿਲਾਂ ਕਿ ਇਹ ਪਿੰਡਾਂ ਤੱਕ ਜਾਂ ਬਹੁਤ ਗਰੀਬ ਏਰੀਆ ਤੱਕ ਜਾਵੇ, ਜਿਵੇਂ ਕਿ ਬੰਬੇ ਦੇ ਵਿੱਚ ਧਾਰਾਵੀ ਜਿਹੜਾ ਏਰੀਆ ਉੱਥੇ ਹੁਣ ਹਰ ਰੋਜ਼ 15-20 ਵੱਧ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਤੰਗ ਏਰੀਆ ਉਹ। ਸੋ ਇਸ ਕਰਕੇ ਸਰਕਾਰ ਨੂੰ ਕੱਲ ਮੈਂ ਮੰਡੀਆਂ ਦੇ ਵਿੱਚ ਵੀ ਮੈਂ ADC ਸਾਹਿਬ ਨੂੰ ਕਹਿ ਕੇ ਅਨਾਉਂਸਮੈਂਟਾਂ ਬਕਾਇਦਾ ਕਰਵਾਈਆਂ ਕਿ ਅਨਾਉਂਸਮੈਂਟ ਕਰਿਆ ਕਰੋ ਸਵੇਰੇ ਤੇ ਸੈਨੀਟਾਈਜ਼ਰ ਰੱਖੋ 4-4 5-5। ਇੱਕ ਮਸ਼ੀਨ ਨਵੀਂ ਬਣਾਈ ਹੈ, ਸੁਨਾਮ ਰੱਖੀ ਆ, ਉਹ ਵੀ ਵਧੀਆ ਕਿ ਪੈਰ ਨਾਲ ਹੀ ਉਹ ਸੈਨੀਟਾਈਜ਼ਰ ਨਿਕਲਦਾ ਤੇ ਪੈਰ ਨਾਲ ਹੀ ਜਿਹੜਾ ਟੂਟੀ ਚੱਲਦੀ ਹੈ ਪਾਣੀ ਦੀ। ਇਸ ਤਰ੍ਹਾਂ ਦੀਆਂ ਆਪਾਂ ਨੂੰ ਥੋੜ੍ਹੀਆਂ ਬਹੁਤ ਦੇਸੀ ਜਿਹੜੇ ਆਪਾਂ ਕਹਿੰਦੇ ਆ ਜੁਗਾੜ ਕਰਨੇ ਪੈਣਗੇ। ਹਰ ਵਕਤ ਆਪਾਂ ਚੀਨ ਵਾਲੇ PPP ਕਿੱਟ ਤੇ ਨਾ ਰਹੀਏ ਜਾਂ ਚੀਨ ਦੀਆਂ ਟੈਸਟਿੰਗ ਕਿੱਟਾਂ ਤੇ ਨਾ ਰਹੀਏ। ਕੁਛ ਜਿਵੇਂ ਧੂਰੀ ਦਾ ਇੱਕ ਮੁੰਡਾ, ਉਹਨੇ ਇੱਕ ਦੇਸੀ ਵੈਂਟੀਲੇਟਰ ਬਣਾਇਆ, ਸਿਰਫ ਮੇਰੇ ਖਿਆਲ 'ਚ 40-50 ਹਜ਼ਾਰ ਰੁਪਏ ਦੀ ਕੀਮਤ ਦੀ ਹੈ, ਜਦ ਕਿ ਦੂਜਾ 15 ਲੱਖ ਰੁਪਏ ਦਾ ਹੁੰਦਾ। ਕਿਉਂ ਨਾ ਆਪਾਂ ਇਹਨਾਂ ਚੀਜ਼ਾਂ ਨੂੰ ਹੁਣ ਆਪਾਂ ਯੂਜ਼ ਕਰਨ ਦਾ ਵੇਲਾ। ਤੇ ਬਾਕੀ ਅੱਜ ਪਹਿਲੀ ਵਾਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਕਨਵਰਸੇਸ਼ਨ ਹੋਈ ਹੈ, ਮੈਨੂੰ ਬਹੁਤ ਚੰਗਾ ਲੱਗਿਆ। ਤੁਸੀਂ ਪੱਤਰਕਾਰ ਬਣ ਕੇ ਨਹੀਂ, ਤੁਸੀਂ ਇੱਕ ਜਾਨੀ ਕਿ ਐਕਸਪਰਟ ਬਣ ਕੇ ਸਲਾਹਾਂ ਦਿੱਤੀਆਂ ਨੇ। ਸਵਾਲ ਘੱਟ ਸੀ, ਸੁਝਾਅ ਜ਼ਿਆਦਾ ਸੀ, ਜਿਹੜੇ ਕਿ ਮੇਰਾ ਇਸ ਵੈਬ ਕਾਨਫਰੰਸ ਦਾ ਮਕਸਦ ਵੀ ਸੀ